ਗੁਗਲੀ ਐਂਟਰਟੇਨਮੈਂਟ ਚੈਨਲ ਦੇ ਐਪੀਸੋਡ 18 ਦੇ ਵਿੱਚ ਸਫ਼ਰ ਜ਼ਿੰਦਗੀ ਪ੍ਰੋਗਰਾਮ ਦੇ ਤਹਿਤ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਭਾਰਤ ਦੇ ਪ੍ਰਸਿੱਧ ਬੁੱਤਰਾਜ ਸਰਦਾਰ ਨਰਿੰਦਰ ਸਿੰਘ ਜੀ ਦੇ ਨਾਲ। ਔਰ ਨਾਲ ਹੀ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਸਰਦਾਰ ਨਰਿੰਦਰ ਸਿੰਘ ਜੀ ਦੇ ਵੱਲੋਂ ਠਾਕੁਰ ਸਿੰਘ ਆਰਟ ਗੈਲਰੀ ਦੇ ਵਿੱਚ 5 ਰੋਜ਼ਾ ਸੋਲੋ ਕਲਾ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿੱਚ ਇਹਨਾਂ ਵੱਲੋਂ ਲੱਕੜੀ ਦੇ ਉੱਤੇ ਮਨਮੋਹਕ ਤਰਾਸ਼ੀਆਂ ਹੋਈਆਂ ਕਲਾਕ੍ਰਿਤੀਆਂ ਜਿਹੜੀਆਂ ਵਾ ਉਹ ਦਰਸ਼ਕਾਂ ਦੇ ਰੂਬਰੂ ਕੀਤੀਆਂ ਗਈਆਂ ਨੇ ਇੱਥੇ। ਤੇ ਸਾਡੀ ਇਹ ਕੋਸ਼ਿਸ਼ ਹੋਵੇਗੀ ਕਿ ਅੱਜ ਅਸੀਂ ਤੁਹਾਨੂੰ ਵੀ ਇਸ ਪ੍ਰਦਰਸ਼ਨੀ ਦਾ ਜਿਹੜਾ ਵਾ ਨਜ਼ਾਰਾ ਉਹ ਜ਼ਰੂਰ ਵਿਖਾਈਏ। ਤੇ ਆਓ ਮਿਲਦੇ ਹਾਂ ਬੁੱਤਰਾਜ ਨਰਿੰਦਰ ਸਿੰਘ ਜੀ ਦੇ ਨਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ, ਇਹ ਕਿੰਨੇ ਦਿਨਾਂ ਤੋਂ ਜਿਹੜੀ ਪ੍ਰਦਰਸ਼ਨੀ ਜਿਹੜੀ ਆ ਤੁਹਾਡੀ ਸ਼ੁਰੂ ਹੋਈ ਹੈ ਤੇ ਕਿੰਨੇ ਦਿਨ ਤੱਕ ਚੱਲੇਗੀ? 1 ਤਰੀਕ ਤੋਂ ਸ਼ੁਰੂ ਹੋਈ ਹੈ ਜੀ, 5 ਤਰੀਕ ਤੱਕ ਚੱਲੇਗੀ। ਔਰ ਤਿਆਰੀਆਂ ਇਸ ਦੀਆਂ ਜੀ, ਇਹ ਜਿਹੜੀ ਸਾਡੇ ਤੇ ਮੁਸ਼ਕਲ ਘੜੀ ਆਈ ਆ ਕੋਵਿਡ ਦੀ, ਇਸ ਤੋਂ ਪਹਿਲਾਂ ਸੀਗੀਆਂ, ਉਹਦੇ ਕਰਕੇ ਲੇਟ ਹੁੰਦੀ ਹੈ 2 ਸਾਲ ਅੱਗੇ ਚਲੀ ਗਈ ਹੈ। ਅੱਜ ਤੋਂ 2 ਸਾਲ ਪਹਿਲਾਂ ਇਹਦੀ ਮੈਂ ਤਿਆਰੀ ਕੀਤੀ ਸੀਗੀ, ਹੁਣ ਸਮਾਂ ਮਿਲਿਆ ਹੈ ਤੇ ਇਹ ਲੱਗ ਗਈ ਹੈ। ਸਫ਼ਰ ਜ਼ਿੰਦਗੀ ਦੇ ਪ੍ਰੋਗਰਾਮ ਤਹਿਤ ਅੱਜ ਅਸੀਂ ਕਰਾਂਗੇ ਸਰਦਾਰ ਨਰਿੰਦਰ ਸਿੰਘ ਜੀ ਦੇ ਨਾਲ ਇਹਨਾਂ ਵੱਲੋਂ ਤੈਅ ਕੀਤੇ ਪੈਂਡੇ ਦੀਆਂ ਗੱਲਾਂ, ਵੀ ਕਿਵੇਂ ਇਹਨਾਂ ਨੇ ਇਸ ਕਲਾ ਖੇਤਰ ਵੱਲ ਪੈਰ ਧਰਿਆ, ਕੌਣ ਉਸਤਾਦ ਰਹੇ ਤੇ ਕਿੰਨੀਆਂ ਪ੍ਰਦਰਸ਼ਨੀਆਂ ਹੁਣ ਤੱਕ ਲਾਈਆਂ, ਕਿੰਨੇ ਸੋਲੋ ਸ਼ੋਅ ਜਿਹੜੇ ਉਹ ਕੀਤੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ। ਤੇ ਕਰਦੇ ਹਾਂ ਗੱਲ ਨਰਿੰਦਰ ਸਿੰਘ ਜੀ ਦੇ ਨਾਲ ਕਿ ਮੁੱਢਲੀ ਸਿੱਖਿਆ ਜਿਹੜੀ ਆ, ਸਕੂਲ ਦੀ ਮੁੱਢਲੀ ਸਿੱਖਿਆ ਉਹ ਕਿੱਥੋਂ ਲਈ? ਮੈਂ ਜੀ ਲਗਭਗ ਸਰਕਾਰੀ ਸਕੂਲਾਂ 'ਚ ਹੀ ਪੜ੍ਹਿਆ ਵਾਂ। ਔਰ ਸਨ 88 ਦੀ ਗੱਲ ਹੈ ਜੀ ਕਿ ਇੱਕ ਦਿਨ ਮੈਂ ਸੰਗਦਾ ਆਰਟ ਗੈਲਰੀ ਦੇ ਵਿੱਚ ਆ ਗਿਆ। ਇੱਥੇ ਸ਼ਾਮੀ ਹੌਬੀ ਕਲਾਸਿਸ ਲੱਗਦੀਆਂ ਸੀ, ਜੋ ਹਾਲ ਤੱਕ ਚੱਲਦੀਆਂ ਨੇ, ਲਗਾਤਾਰ ਚੱਲਦੀਆਂ ਨੇ। ਅਮਰ ਚਿੱਤਰਕਾਰ ਜੀ, ਜਿਨ੍ਹਾਂ ਦਾ ਪੂਰਾ ਨਾਮ ਸੰਤ ਸਿੰਘ ਸੀਗਾ ਜੀ, ਅਮਰ ਚਿੱਤਰਕਾਰ ਕਰਕੇ ਉਹ ਪਹਿਚਾਨੇ ਜਾਂਦੇ ਸੀਗੇ, ਉਹਨਾਂ ਕੋਲ ਆ ਕੇ ਸਿੱਖਣਾ ਸ਼ੁਰੂ ਕਰ ਦਿੱਤਾ। ਬਹੁਤ ਚੰਗੇ ਉਸਤਾਦ ਸੀਗੇ, ਮੇਰੇ ਰੱਬ ਵਰਗੇ ਉਸਤਾਦ। ਔਰ 88 ਤੋਂ ਜਦੋਂ ਤੋਂ ਮੈਂ ਇਸ ਗੈਲਰੀ ਵਿੱਚ ਆਇਆ, ਨਾ ਗੈਲਰੀ ਨੇ ਮੈਨੂੰ ਛੱਡਿਆ ਅਤੇ ਨਾ ਮੈਂ ਗੈਲਰੀ ਨੂੰ ਛੱਡਿਆ। ਔਰ ਇਸੇ ਗੈਲਰੀ ਦੀ ਬਦੌਲਤ ਜੋ ਮੈਂ ਹਾਂ ਉਹ ਇਸ ਵੇਲੇ ਤੁਹਾਡੇ ਸਾਹਮਣੇ ਆ। ਕਾਰਨ ਇਹ ਜੀ ਕਿ ਇੱਥੋਂ ਮੈਨੂੰ ਬਹੁਤ ਜ਼ਿਆਦਾ ਉਸਤਾਦ, ਉਹਨਾਂ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ, ਉਹਨਾਂ ਕੋਲ ਸਿੱਖਣ ਦਾ ਮੌਕਾ ਮਿਲਿਆ। ਲੇਕਿਨ ਕੁਛ ਵਿਸ਼ੇਸ਼ ਨੇ ਜਿਨ੍ਹਾਂ ਕੋਲ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਭ ਤੋਂ ਪਹਿਲਾਂ ਤਾਂ ਅਮਰ ਚਿੱਤਰਕਾਰ ਜੀ, ਜਿਨ੍ਹਾਂ ਕੋਲ ਪੇਂਟਿੰਗ ਦੇ ਗੁਣ ਸਿੱਖੇ। ਫਿਰ ਸਰਦਾਰ ਅਵਤਾਰ ਸਿੰਘ ਜੀ, ਮਸ਼ਹੂਰ ਬੁੱਤਰਾਜ, ਜੋ ਉਸ ਸਮੇਂ ਪ੍ਰੈਜ਼ੀਡੈਂਟ ਸਨ ਆਰਟ ਗੈਲਰੀ ਦੇ, ਉਹਨਾਂ ਨੇ ਬਹੁਤ ਮਦਦ ਕੀਤੀ ਮੇਰੀ। ਆਪਣੇ ਘਰੋਂ ਪੱਥਰ ਦਿੱਤਾ, ਉਹਨਾਂ ਨੇ ਆਪਣੇ ਕੋਲੋਂ ਦਿੱਤਾ, ਮੈਨੂੰ ਦੱਸਿਆ। ਭਾਈ ਸ਼ਿਵਦੇਵ ਸਿੰਘ ਜੋ ਇਸ ਵੇਲੇ ਪ੍ਰੈਜ਼ੀਡੈਂਟ ਨੇ, ਉਹ ਵੀ ਇੱਕ ਪ੍ਰਸਿੱਧ ਮੂਰਤੀਕਾਰ ਨੇ, ਬੜੀਆਂ ਚੰਗੀਆਂ ਸੇਧਾਂ ਦਿੱਤੀਆਂ। ਤੁਰੇ ਜਾਂਦੇ ਮੇਰੀ ਕੀਤੀਆਂ ਗਲਤੀਆਂ ਨੂੰ ਦੱਸ ਕੇ ਸੁਧਾਰਿਆ। ਓਪੀ ਵਰਮਾ ਜੀ, ਜਿਨ੍ਹਾਂ ਦੇ ਅੰਮ੍ਰਿਤਸਰ ਦੇ ਵਿੱਚ ਕਾਫੀ ਬੁੱਤ ਲੱਗੇ ਹੋਏ ਨੇ ਜੀ, ਚੌਂਕਾਂ ਦੇ ਵਿੱਚ ਬਣੇ ਹੋਏ, ਉਹਨਾਂ ਕੋਲੋਂ ਬਹੁਤ ਸਾਰੀਆਂ ਗਲਤੀਆਂ ਸੁਧਾਰਨ ਦਾ ਮੌਕਾ ਮਿਲਿਆ। ਔਰ ਇਹਨਾਂ ਤੋਂ ਇਲਾਵਾ ਵੀ ਇੱਥੇ ਗਾਏ ਵਗਾਏ ਕੋਈ ਕਲਾਕਾਰ, ਚੰਗੇ ਕਲਾਕਾਰ ਆਉਂਦੇ ਰਹੇ, ਜਿਨ੍ਹਾਂ ਤੋਂ ਬਹੁਤ ਕੁਝ, ਜਿਹਨੂੰ ਆਪਾਂ ਟਿਪਸ ਕਹਿ ਲੈਂਦੇ ਹਾਂ ਜੀ, ਕੁੰਡੀਆਂ ਕਹਿ ਲੈਂਦੇ ਹਾਂ, ਉਹ ਸਿੱਖਣ ਦਾ ਮੌਕਾ ਮਿਲਿਆ, ਜਿਨ੍ਹਾਂ ਨੇ ਮੇਰੀਆਂ ਗਲਤੀਆਂ ਵਿੱਚ ਐਸੇ ਸੁਧਾਰ ਕੀਤੇ ਕਿ ਇਸ ਵੇਲੇ ਮੁਕਾਮ 'ਤੇ ਮੈਂ ਪਹੁੰਚ ਸਕਿਆ। ਤੁਸੀਂ ਗੱਲ ਕੀਤੀ ਸੀਗੀ ਕਿ ਪੱਥਰ ਜਿਹੜੇ ਉਹ ਤੁਹਾਨੂੰ ਦੇ ਦਿੱਤੇ ਜਾਂਦੇ ਰਹੇ, ਪਰ ਅੱਜ ਜਿਹੜੀ ਕਲਾ ਪ੍ਰਦਰਸ਼ਨੀ ਲੱਗੀ ਆ ਉਹ ਸਾਰੀ ਲੱਕੜ ਦੇ ਉੱਤੇ ਆਧਾਰਿਤ ਆ। ਪੱਥਰ ਤੋਂ ਜਿਹੜਾ ਲੱਕੜ ਵੱਲ ਦਾ ਜਿਹੜਾ ਸਫ਼ਰ ਆ, ਉਹਦੇ ਬਾਰੇ ਜ਼ਰੂਰ ਗੱਲ ਦੱਸੋ। ਇਸ ਤਰ੍ਹਾਂ ਜੀ, ਪੱਥਰ ਮੇਰੇ ਉਸਤਾਦ ਜੀ ਦੇ ਦਿਆ ਕਰਦੇ ਸੀਗੇ। ਪੰਜਾਬ ਦੇ ਵਿੱਚ ਪੱਥਰ 'ਤੇ ਕੰਮ ਕਰਨ ਵਾਸਤੇ ਜਿਸ ਵੀ ਮੀਡੀਅਮ 'ਚ ਆਪਾਂ ਕੰਮ ਕਰਨਾ, ਮੀਡੀਅਮ ਚਾਹੀਦਾ ਹੈ। ਪੱਥਰ ਇੱਕ ਕਿੰਗ ਮੀਡੀਅਮ ਮੰਨਿਆ ਜਾਂਦਾ ਹੈ ਕਿ ਉਹਨੂੰ ਨਾ ਬਰਸਾਤ ਦਾ, ਨਾ ਕਿਸੇ ਹੋਰ ਚੀਜ਼ ਦਾ ਕੋਈ ਫਰਕ ਪੈਂਦਾ, ਨਾ ਮੌਸਮ ਦਾ ਕੋਈ ਫਰਕ ਪੈਂਦਾ। ਲੱਕੜ 'ਤੇ ਫਰਕ ਪੈਂਦਾ ਹੈ, ਹਰ ਮੀਡੀਅਮ 'ਤੇ ਫਰਕ ਪੈਂਦਾ, ਲੇਕਿਨ ਪੱਥਰ 'ਤੇ ਨਹੀਂ ਪੈਂਦਾ। ਇੱਕ ਇਹਨੂੰ ਕਿੰਗ ਮੀਡੀਅਮ ਕਿਹਾ ਜਾਂਦਾ ਹੈ। ਲੇਕਿਨ ਮੁਸ਼ਕਿਲ ਇਹ ਸੀ ਕਿ ਰਾਜਸਥਾਨ ਤੋਂ ਪੱਥਰ ਮੰਗਵਾਉਣਾ, ਉਹਨੇ ਦਾ ਪੱਥਰ ਨਹੀਂ ਸੀਗਾ ਜਿੰਨਾ ਲਿਆਉਣ 'ਤੇ ਖਰਚਾ ਆ ਜਾਂਦਾ ਸੀਗਾ। ਦੂਸਰੀ ਗੱਲ ਸੀ, ਇੱਕ ਟਰੱਕ ਮੰਗਾਈਏ ਪੱਥਰ ਦਾ ਅਤੇ ਰੱਖੀਏ ਕਿੱਥੇ। ਉਹਨਾਂ ਲੱਕੜ ਦਾ ਪੀਸ ਇੰਨਾ ਕਿਹਾ, ਬਹੁਤ ਹਲਕਾ,
ਕੋਈ ਵੱਡੇ ਤੋਂ ਵੱਡਾ ਵੀ ਪੀਸ ਹੋ ਜਾਏਗਾ, 2 ਜਣੇ ਚੁੱਕ ਲਾਂਗੇ, ਲੇਕਿਨ ਪੱਥਰ ਦਾ ਇੱਕ ਛੋਟਾ ਜਿਹਾ ਪੀਸ, ਐਡਾ ਪੀਸ ਹੀ ਚੁੱਕਣ ਵਾਸਤੇ 2 ਬੰਦੇ ਚਾਹੀਦੇ ਨੇ। ਔਰ ਬਣਾਉਣਾ ਇਸ ਕਰਕੇ ਸ਼ੁਰੂ ਕੀਤਾ ਸੀਗਾ ਕਿ ਵੱਖ-ਵੱਖ ਮੈਂ ਪ੍ਰਦਰਸ਼ਨੀਆਂ 'ਚ ਲਿਜਾ ਸਕਾਂ ਜਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਸਕਾਂ। ਲੱਕੜ ਨੂੰ ਲੈ ਕੇ ਜਾਣਾ ਬਹੁਤ ਆਸਾਨ ਹੈ, ਪੱਥਰ ਨੂੰ ਲੈ ਕੇ ਜਾਣਾ ਬਹੁਤ ਮੁਸ਼ਕਿਲ ਆ। ਪੱਥਰ ਸਿਰ ਚੁੱਕਣ ਲੱਗਿਆ ਪੱਥਰ ਹੁੰਦਾ ਜੀ, ਜਦੋਂ ਡਿੱਗ ਪੈਂਦਾ ਕੱਚ ਵਾਂਗੂ ਟੁੱਟਦਾ ਵਾ। ਲੱਕੜ ਅਗਰ ਡਿੱਗ ਜਾਵੇ ਤਾਂ ਘੱਟ ਨੁਕਸਾਨੀ ਜਾਂਦੀ ਆ, ਜੇ ਨੁਕਸਾਨੀ ਵੀ ਜਾਵੇ ਤਾਂ ਉਹਦੀ ਰਿਕਵਰੀ ਹੋ ਜਾਂਦੀ ਆ, ਰਿਪੇਅਰ ਹੋ ਜਾਂਦੀ ਆ। ਪੱਥਰ ਵਿੱਚ ਬੜੀ ਮੁਸ਼ਕਿਲ ਆਉਂਦੀ ਆ। ਫਿਰ ਲੱਕੜ ਇੱਥੇ ਅਵੇਲੇਬਲ ਸੀ, ਆਸਾਨੀ ਨਾਲ ਮਿਲ ਜਾਂਦੀ ਸੀਗੀ। ਆਹਿਸਤਾ ਆਹਿਸਤਾ ਮੈਂ ਫਿਰ ਪੱਥਰ 'ਤੇ ਉਨਾ ਹੀ ਕੰਮ ਕਰ ਸਕਿਆ ਜਿੰਨਾ ਸਰ ਕੋਲੋਂ ਮਿਲਿਆ। ਉਸ ਤੋਂ ਬਾਅਦ ਫਿਰ ਮੈਂ ਲੱਕੜ ਦੇ ਉੱਤੇ ਸ਼ੁਰੂ ਕਰ ਦਿੱਤਾ। ਲੱਕੜ ਦੇ ਉੱਤੇ ਕਲਾਕ੍ਰਿਤੀਆਂ ਤਰਾਸ਼ਣ ਲਈ ਤੁਸੀਂ ਕਿਹੜੇ ਉਸਤਾਦ ਜੀ ਕੋਲੋਂ ਜਿਹੜਾ ਵਾ ਕਲਾ ਗਿਆਨ ਪ੍ਰਾਪਤ ਕੀਤਾ? ਦੇਖੋ ਜੀ, ਮੂਰਤੀ ਤਾਂ ਉਹੀ ਹੁੰਦੀ ਆ, ਚਾਹੇ ਪੱਥਰ 'ਚੋਂ ਕੱਢੀ ਜਾਏ, ਚਾਹੇ ਲੱਕੜ 'ਚੋਂ ਕੱਢੀ ਜਾਏ ਜਾਂ ਕਿਸੇ ਹੋਰ ਮੀਡੀਅਮ ਵਿੱਚ ਕੱਢੀ ਜਾਵੇ। ਉਹ ਤਾਂ ਉਸਤਾਦ ਉਹੀ ਨੇ ਜੀ। ਔਜ਼ਾਰ ਬਦਲ ਜਾਂਦੇ ਨੇ। ਔਜ਼ਾਰਾਂ ਦਾ ਗਿਆਨ ਹਾਸਲ ਕਰਨ ਵਾਸਤੇ ਮੈਨੂੰ ਕਾਫੀ ਜਣਿਆਂ ਕੋਲ ਪੁੱਛਣਾ ਪਿਆ ਕਿ ਚੰਗੇ ਔਜ਼ਾਰ ਬਣਾ ਸਕਾਂ। ਸਾਡੇ ਅੰਮ੍ਰਿਤਸਰ ਦੇ ਵਿੱਚ ਹੀ ਚੰਗੇ ਭਾਗਾਂ ਨੂੰ ਇੱਕ ਚੰਗੇ ਲੁਹਾਰ ਸਰਦਾਰ ਹਰੀ ਸਿੰਘ ਕਰਕੇ, ਜਿਨ੍ਹਾਂ ਦੀ ਹੁਣ ਅਗਲੀਆਂ ਪੀੜ੍ਹੀਆਂ ਕੰਮ ਕਰ ਰਹੀਆਂ ਨੇ, ਉਹਨਾਂ ਨੇ ਮੈਨੂੰ ਜਿਸ ਤਰ੍ਹਾਂ ਦਾ ਵੀ ਕਿਹਾ ਔਜ਼ਾਰ ਬਣਾ ਕੇ ਦਿੱਤਾ। ਉਹ ਪਹਿਲਾਂ ਵੀ ਉਹਨਾਂ ਦਾ ਕੰਮ ਹੀ ਔਜ਼ਾਰ ਬਣਾਉਣਾ ਵਾ, ਉਹ ਔਜ਼ਾਰ ਹੀ ਬਣਾਉਂਦੇ ਨੇ। ਔਰ ਜਿਸ ਤਰ੍ਹਾਂ ਦੇ ਮੈਨੂੰ ਔਜ਼ਾਰ ਸੀ ਉਹਨਾਂ ਨੇ ਬਣਾ ਕੇ ਦਿੱਤੇ। ਆਪਣੇ ਦੋਸਤਾਂ ਕੋ, ਮਿੱਤਰਾਂ ਕੋ, ਚੰਗੇ ਉਸਤਾਦਾਂ ਕੋਲੋਂ ਪੁੱਛਿਆ ਕਿ ਕਿਸ ਤਰ੍ਹਾਂ ਦਾ, ਉਹਨਾਂ ਕੋਲ ਫੋਟੋਆਂ ਮੰਗਵਾਈਆਂ ਔਜ਼ਾਰ ਦੀਆਂ, ਜਾਂ ਦੇਖੇ ਆ ਕੇ ਉਹਨੂੰ ਦੱਸਿਆ ਕਿ ਇਸ ਤਰ੍ਹਾਂ ਬਣਾਉਣਾ ਵਾ। ਉਹਨਾਂ ਨੇ ਮੈਨੂੰ ਔਜ਼ਾਰ ਬਣਾ ਦਿੱਤੇ। ਅਤੇ ਬਾਕੀ ਕੰਮ ਆਪਣੇ ਆਪ ਹੀ ਬਹੁਤ ਕੁਝ ਸਿਖਾ ਦਿੰਦਾ ਵਾ। ਸ਼ੁਰੂਆਤੀ ਦੌਰ ਦੇ ਵਿੱਚ ਹੀ ਮੇਰਾ ਹਰ ਇੱਕ ਨਵਾਂ ਸਕਲਪਚਰ ਇੱਕ ਨਵਾਂ ਔਜ਼ਾਰ ਬਣਵਾਉਂਦਾ ਸੀਗਾ। ਕਿਸੇ ਥਾਂ 'ਤੇ ਕੋਈ ਔਜ਼ਾਰ ਦੀ ਪਹੁੰਚ ਨਹੀਂ ਸੀ ਹੁੰਦੀ, ਜਾਂ ਉਹ ਕਟਾਈ ਸਹੀ ਨਹੀਂ ਸੀ ਕਰਦਾ, ਫਿਰ ਕੁਝ ਸੋਚ ਕੇ ਨਵਾਂ ਔਜ਼ਾਰ ਬਣਵਾਉਣਾ ਪੈਂਦਾ ਸੀਗਾ। ਸੋ ਇਹ ਸਮੇਂ ਦੇ ਨਾਲ ਨਾਲ ਜੀ, ਜਿਸ ਤਰ੍ਹਾਂ ਮੇਰਾ ਸਫ਼ਰ ਚੱਲਦਾ ਰਿਹਾ, ਉਸ ਤਰ੍ਹਾਂ ਔਜ਼ਾਰਾਂ ਦਾ ਸਫ਼ਰ ਚੱਲਦਾ ਰਿਹਾ। ਬਾਕੀ ਔਜ਼ਾਰਾਂ ਵਿੱਚ ਸਭ ਤੋਂ ਜਿਹੜਾ ਚੰਗਾ ਔਜ਼ਾਰ ਆ ਸਕਲਪਚਰ ਵਾਸਤੇ, ਸਭ ਤੋਂ ਮੇਨ ਔਜ਼ਾਰ ਜਿਹੜਾ ਵੱਡਾ, ਉਹ ਹਥੌੜਾ। ਹਥੌੜੇ ਤੋਂ ਬਗੈਰ ਲਗਭਗ ਸਾਰੇ ਨਕਾਰਮਤ ਹੋ ਜਾਂਦੇ ਨੇ। ਹਥੌੜਾ ਹੀ ਸਾਰੇ ਔਜ਼ਾਰਾਂ ਨੂੰ ਚਲਾਉਂਦਾ ਵਾ। ਹਥੌੜੇ ਵਾਸਤੇ ਜੀ ਕਹਿੰਦੇ ਆ ਕਿ ਅਗਰ ਹਥੌੜਾ ਹਥਿਆਰ ਬਣ ਜਾਵੇ ਤਾਂ ਦੁਨੀਆ ਤਬਾਹ ਕਰ ਦਿੰਦਾ, ਔਰ ਅਗਰ ਔਜ਼ਾਰ ਬਣ ਜਾਵੇ ਤਾਂ ਦੁਨੀਆ ਨੂੰ ਦੁਬਾਰਾ ਬਣਾ ਦਿੰਦਾ। ਬਿਲਕੁਲ। ਇਹ ਔਰ ਸਭ ਤੋਂ ਵੱਡਾ ਹਥਿਆਰ ਤਾਂ ਹਥੌੜਾ ਹੀ ਹੁੰਦਾ ਵਾ। ਉਹ ਕਿਸੇ ਜਾਲ ਨੂੰ ਵੀ ਚੱਲਣ ਦਾ ਨਿਰਦੇਸ਼ ਦਿੰਦਾ ਵਾ। ਨਰਿੰਦਰ ਸਿੰਘ ਤੋਂ ਭਾਰਤ ਦੇ ਪ੍ਰਸਿੱਧ ਬੁੱਤ ਤਰਾਸ਼ ਨਰਿੰਦਰ ਸਿੰਘ ਦਾ ਸਫ਼ਰ ਜਿਹੜਾ ਵਾ, ਇਹ ਕਿੰਨੇ ਸਾਲਾਂ ਦਾ ਸਫ਼ਰ ਜਿਹੜਾ? ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਜੀ, ਸੰਨ 88 'ਚ ਇਸ ਗੈਲਰੀ 'ਚ ਆਇਆ ਜੀ। ਔਰ ਨਿੱਕਾ ਨਿੱਕਾ ਸ਼ੌਂਕ ਅਤੇ ਆਰਟ ਦਾ ਸਾਰਿਆਂ ਨੂੰ ਵੇਖਦਾ ਸੀਗਾ ਜੀ। ਕੰਮ ਇੱਥੇ ਹੁੰਦਾ, ਬੁੱਤ ਤਰਾਸ਼ਾਂ ਨੂੰ ਵੀ ਦੇਖਦਾ ਸੀਗਾ। ਮਨ ਵਿੱਚ ਤਾਂਘ ਜਾਗਦੀ ਸੀਗੀ, ਪਰ ਫਿਰ ਵੀ ਕੋਈ 96-97 'ਚ ਸ਼ਾਇਦ ਮੈਂ ਇਹ ਬਣਾਉਣੇ ਸ਼ੁਰੂ ਕਰ ਦਿੱਤੇ। ਸਭ ਤੋਂ ਪਹਿਲਾਂ ਮੈਂ ਨਾ ਕੁਦਰਤੀ ਲੱਕੜ ਲੱਭਦਾ ਸੀ, ਦਰਖਤਾਂ ਵੱਲ ਵੇਖਦਾ ਸੀ। ਕੋਈ ਲੱਕੜ ਜਿਹਦੇ 'ਚ ਮੈਨੂੰ ਕਿਰਤੀਆਂ ਬਣੀਆਂ ਦਿਖਦੀਆਂ ਸੀਗੀਆਂ, ਉਹਨੂੰ ਕੱਟ ਲੈਂਦਾ ਸੀਗਾ। ਫਿਰ ਮੇਰੀ ਅੰਦਰ ਦੀਆਂ ਭਾਵਨਾਵਾਂ ਪੂਰੀਆਂ ਨਹੀਂ ਸੀ ਹੁੰਦੀਆਂ ਜੋ ਮੈਂ ਬਣਾਉਣਾ ਚਾਹੁੰਦਾ ਸੀਗਾ, ਕਿਉਂਕਿ ਉਹ ਮੈਂ ਕੁਦਰਤੀ ਲੱਕੜ ਲੱਭਦਾ ਸੀਗਾ। ਉਹਨਾਂ 'ਚੋਂ ਹੱਥ ਪੈਰ ਲੱਭਦਾ ਸੀ ਜਾਂ ਬਾਹਾਂ ਬਣੀਆਂ ਆਪਣੀਆਂ ਭਾਵਨਾਵਾਂ ਸਾਹਮਣੇ ਰੱਖਣ ਵਾਸਤੇ। ਫਿਰ ਮੈਂ ਇੱਕ ਦਿਨ ਉਸਤਾਦ ਜੀ ਨਾਲ ਗੱਲ ਕੀਤੀ ਅਤੇ ਫਿਰ ਕਿਸੇ ਠੋਸ ਵਸਤੂ ਵਿੱਚੋਂ ਕੱਟ ਕੇ ਆਪਣੀ ਮਰਜ਼ੀ ਦੀ ਚੀਜ਼ ਕੱਢਣੀ ਚਾਹੀ। ਬਸ ਇਸੇ ਤਰ੍ਹਾਂ ਆਹਿਸਤਾ ਆਹਿਸਤਾ ਸਫ਼ਰ ਸ਼ੁਰੂ ਹੋ ਗਿਆ ਜੀ। ਕਿੰਨੇ ਸਾਲਾਂ ਦਾ ਸਫ਼ਰ ਗਿਣਦੇ ਹੋ? ਅਸੀਂ 96-97 ਤੋਂ ਲਗਭਗ ਸ਼ੁਰੂ ਕੀਤਾ ਜੀ ਸਕਲਪਚਰ ਦਾ। ਉਦੋਂ ਤੋਂ ਕਰ ਹੀ ਰਿਹਾ ਹਾਂ ਲਗਾਤਾਰ। ਸਭ ਤੋਂ ਪਹਿਲਾ ਸ਼ੋਅ ਜਿਹੜਾ ਮੈਂ ਆਪਣਾ 2004 ਦੇ ਵਿੱਚ ਕੀਤਾ ਸੀਗਾ, 2002 ਦੇ ਵਿੱਚ ਗਰੁੱਪ ਸ਼ੋਅ ਕੀਤਾ ਸੀਗਾ, ਲੇਕਿਨ ਸੋਲੋ ਸ਼ੋਅ ਜਿਹੜਾ 2004 ਦੇ ਵਿੱਚ, 2008 ਵਿੱਚ, 2009 ਵਿੱਚ, 2012 ਵਿੱਚ ਅਤੇ ਉਸ ਤੋਂ ਬਾਅਦ ਅੱਜ ਕੀਤਾ ਜੀ। ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਦੋਂ ਵੀ ਕੋਈ ਬੁਲੰਦੀ ਹਾਸਲ ਹੁੰਦੀ ਆ, ਉਹਦੇ ਵਾਸਤੇ ਸਖਤ ਮਿਹਨਤ ਕਰਨੀ ਪੈਂਦੀ ਆ। ਔਰ ਗੱਲਾਂ ਦੇ ਵਿੱਚੋਂ ਹੀ ਸਾਹਮਣੇ ਆ ਰਿਹਾ ਵਾ ਕਿ ਇਹ ਕੋਈ ਐਵੇਂ ਬੁਲੰਦੀ ਹਾਸਲ ਨਹੀਂ ਹੋਈ, ਬੜੀ ਸਖਤ ਤਪੱਸਿਆ, ਮਿਹਨਤ, ਸਾਧਨਾ ਜਿਹੜੀ ਉਹ ਕਰਨੀ ਪਈ ਆ। 25 ਸਾਲਾਂ ਦੇ ਇਸ ਸਫ਼ਰ ਨੇ ਹੀ ਸਰਦਾਰ ਨਰਿੰਦਰ ਸਿੰਘ ਜੀ ਨੂੰ ਵੱਡੀ ਪ੍ਰਸਿੱਧੀ ਦਵਾਈ ਆ।
ਤੇ ਹੁਣ ਅਸੀਂ ਜਿਹੜਾ ਵਾ ਉਹ ਤੁਹਾਨੂੰ ਨਾਲ ਦੀ ਨਾਲ ਜਿਹੜੀਆਂ ਕਲਾਕ੍ਰਿਤੀਆਂ ਬਣਾਈਆਂ ਨੇ, ਮਨਮੋਹਕ ਕਲਾਕ੍ਰਿਤੀਆਂ, ਤੁਸੀਂ ਆਪ ਹੀ ਵੇਖਿਓ, ਅੰਦਾਜ਼ਾ ਲਗਾਇਓ ਕਿ ਲੱਕੜ ਦੇ ਵਿੱਚੋਂ ਹੀ ਤਰਾਸ਼ ਕੇ ਲੱਕੜ ਦਾ ਜਿਹੜਾ ਵਾ ਇੱਕ ਖੂਬਸੂਰਤ ਹਿੱਸਾ ਜਿਹੜਾ ਉਹਨੂੰ ਬਾਹਰ ਲੈ ਕੇ ਆਉਣਾ ਔਰ ਦਰਸ਼ਕਾਂ ਦੇ ਰੂਬਰੂ ਕਰਨਾ, ਇਹ ਕੋਈ ਆਮ ਗੱਲ ਨਹੀਂ ਆ। ਇਸ ਕਰਕੇ ਤੁਹਾਨੂੰ ਹੁਣ ਜਿਹੜਾ ਵਾ ਇਹ ਨਾਲ ਦੀ ਨਾਲ ਅਸੀਂ ਕੁਝ ਕਲਾਕ੍ਰਿਤੀਆਂ ਜਿਹੜੀਆਂ ਵਾ ਉਹਨਾਂ ਦੇ ਉੱਤੇ ਝਾਤ ਮਰਵਾਵਾਂਗੇ। ਸਰਦਾਰ ਨਰਿੰਦਰ ਸਿੰਘ ਜੀ, ਤੁਸੀਂ ਇਹ ਜਿਹੜੀ ਕਲਾ ਪ੍ਰਦਰਸ਼ਨੀ ਆ ਕਿਹੜੀ ਸੀਰੀਜ਼ ਦੇ ਉੱਤੇ ਆਧਾਰਿਤ ਲਗਾਈ ਹੋਈ ਆ? ਜ਼ਿਆਦਾ ਕੰਮ ਜੀ ਇਹਦੇ ਵਿੱਚ ਇੱਕ ਟਾਈਟਲ ਮੈਂ ਰੱਖਦਾ ਜੀ ਲਾਈਫ ਦੇ ਵਿੱਚ ਮੈਂ ਇਨਫਿਨਿਟੀ ਨੂੰ ਮੁੱਖ ਲਿਆ ਜੀ। ਇਨਫਿਨਿਟੀ ਇੰਗਲਿਸ਼ ਦਾ ਲਫ਼ਜ਼ ਆ। ਪੰਜਾਬ ਆਪਣੇ ਭਾਰਤੀ ਇਤਿਹਾਸ ਦੇ ਵਿੱਚ ਅੰਤ ਤੋਂ ਅਨੰਤ ਤੱਕ ਜਾਂ ਸ਼ੂਨਯ ਸੇ ਲੈ ਕੇ ਸ਼ੂਨਯ ਤੱਕ ਇਸ ਤਰ੍ਹਾਂ ਦੇ ਲਫ਼ਜ਼ਾਂ ਨਾਲ ਇਹਨੂੰ ਦਰਸਾਇਆ ਗਿਆ, ਜਿਸ ਦਾ ਅੰਤ ਕੋਈ ਨਹੀਂ ਹੁੰਦਾ। ਇਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਮੂਵਮੈਂਟ ਆ ਕਿ ਜਿੱਥੋਂ ਵੀ ਅਸੀਂ ਚੱਲਾਂਗੇ ਸਫ਼ਰ ਕਰਕੇ ਦੁਬਾਰਾ ਉੱਥੇ ਹੀ ਆ ਜਾਂਦੀ ਆ। ਟਾਈਟਲ ਲਾਈਫ ਰੱਖਿਆ, ਇਹ ਜ਼ਿੰਦਗੀ ਨੂੰ ਆਧਾਰਿਤ ਆ। ਸਾਡੀ ਜ਼ਿੰਦਗੀ ਜਿਸ ਤਰ੍ਹਾਂ ਉੱਪਰ ਹੇਠਾਂ ਜਾਂਦੀ ਆ, ਔਖੇ ਔਰ ਸੌਖੇ ਸਮੇਂ ਆਉਂਦੇ ਨੇ, ਉਹਨਾਂ ਨੂੰ ਸਾਹਮਣੇ ਰੱਖ ਕੇ ਇਹਨਾਂ ਦਾ ਟਾਈਟਲ ਰੱਖਿਆ ਗਿਆ ਹੈ। ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਤੁਸੀਂ ਆਪ ਹੀ ਦੇਖ ਲਓ ਕੈਮਰੇ ਦੇ ਰਾਹੀਂ ਕਿ ਕਿਸ ਤਰ੍ਹਾਂ ਇਸ ਲੱਕੜ ਦੇ ਵਿੱਚੋਂ ਹੀ ਸਾਰਾ ਜਿਹੜਾ ਰੂਪ ਆ ਉਹ ਤਿਆਰ ਕਰਕੇ ਕਿਹੜੇ ਤਰੀਕੇ ਦੇ ਨਾਲ, ਕਿਸ ਹਿਸਾਬ ਦੇ ਨਾਲ ਕਲਾ ਵਿਖਾਈ ਗਈ ਆ ਕਿ ਕਲਾ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਵਾ। ਬਹੁਤ ਸੋਹਣੀ ਜਿਹੜੀ ਆ ਆਧਾਰਿਤ ਜਿਹੜੀ ਹੈ ਕਲਾਕ੍ਰਿਤੀ ਤੁਹਾਡੇ ਸਾਹਮਣੇ ਆ, ਤੇ ਇਸੇ ਤਰ੍ਹਾਂ ਹੀ ਤੁਹਾਨੂੰ ਹੋਰ ਕਲਾਕ੍ਰਿਤੀਆਂ ਦੇ ਨੇੜੇ ਲੈ ਕੇ ਜਾਵਾਂਗੇ। ਇਹ ਜੋ ਕਲਾਕ੍ਰਿਤੀਆਂ ਹੁਣ ਤੁਹਾਡੇ ਰੂਬਰੂ ਕੀਤੀਆਂ ਜਾ ਰਹੀਆਂ ਵਾ, ਇਹ ਸਾਰੀਆਂ ਲਾਈਫ ਸੀਰੀਜ਼ ਦੇ ਉੱਤੇ ਆਧਾਰਿਤ ਆ। ਤੇ ਸਰਦਾਰ ਨਰਿੰਦਰ ਸਿੰਘ ਜੀ ਨੂੰ ਇਹਦੇ ਬਾਰੇ ਪੁੱਛਾਂਗੇ ਕਿ ਕਿੰਨਾ ਕੁ ਸਮਾਂ ਜਿਹੜਾ ਵਾ ਇਹਨਾਂ ਨੂੰ ਤੁਸੀਂ ਬਣਾਉਣ ਦੇ ਉੱਤੇ ਲਗਾਇਆ ਜੀ? ਸਮਾਂ ਜੀ ਸਕਲਪਚਰ ਦੇ ਉੱਤੇ ਬਹੁਤ ਜ਼ਿਆਦਾ ਲੱਗਦਾ। ਪੇਂਟਿੰਗ 'ਤੇ ਸਮਾਂ ਕਰਨਾ ਥੋੜ੍ਹਾ ਲੱਗਦਾ ਹੈ, ਲੇਕਿਨ ਸਕਲਪਚਰ ਵਾਸਤੇ ਬਹੁਤ ਮਿਹਨਤ ਲੱਗਦੀ ਆ, ਬਹੁਤ ਹਾਰਡ ਵਰਕ ਆ। ਕੁਝ ਸਕਲਪਚਰ ਤਾਂ ਐਸੇ ਨੇ ਜੀ ਜਿਹੜੇ ਛੇਤੀ ਥੋੜ੍ਹੇ ਸਮੇਂ 'ਚ 3 ਦਿਨ ਵਿੱਚ ਤਿਆਰ ਹੋ ਜਾਂਦੇ ਨੇ, ਕਿਸੇ ਨੂੰ ਸਾਲ ਭਰ ਵੀ ਲੱਗ ਜਾਂਦਾ। ਗੱਲ ਕੀ ਕਿ ਹਰ ਇੱਕ ਕੰਮ ਦੇ ਉੱਤੇ ਜਿਹੜੀ ਮਿਹਨਤ ਲੱਗਦੀ ਆ, ਪਰ ਜਿਹੜਾ ਇਹ ਬੁੱਤ ਤਰਾਸ਼ੀ ਦਾ ਕੰਮ ਆ, ਇਹਦੇ ਵਿੱਚ ਹੱਦੋਂ ਵੱਧ ਜਿਹੜੀ ਆ ਮਿਹਨਤ ਲੱਗਦੀ ਆ ਔਰ ਕਈ ਮਹੀਨੇ ਜਿਹੜੇ ਆ ਉਹ ਇੱਕ ਕਲਾਕ੍ਰਿਤੀ ਦੇ ਉੱਤੇ ਵੀ ਲੱਗ ਜਾਂਦੇ ਆ। ਲੱਕੜ ਦਾ ਜਿਹੜਾ ਸੁਭਾਅ ਆ ਉਹਨੂੰ ਵੇਖਣਾ, ਉਹਦੇ ਉੱਤੇ ਫਿਰ ਕੰਮ ਕਰਨਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਹ ਇੱਕ ਸਾਧਨ ਨੂੰ ਦਰਸਾਉਂਦੀਆਂ ਨੇ। ਸਾਰੀਆਂ ਕਲਾਕ੍ਰਿਤੀਆਂ ਜਿਹੜੀਆਂ ਵਾ ਲਾਈਵ ਸੀਰੀਜ਼ ਦੇ ਉੱਤੇ ਹੀ ਅਜੇ ਆਧਾਰਿਤ ਚੱਲ ਰਹੀਆਂ ਵਾ। ਤੇ ਸਰਦਾਰ ਜੀ ਨੂੰ ਪੁੱਛਦੇ ਆ ਕਿ ਸਰਦਾਰ ਜੀ ਜਿਹੜੀ ਕਿਹੜੀ ਲੱਕੜ ਜਿਹੜੀ ਆ ਉਹ ਤੁਸੀਂ ਜ਼ਿਆਦਾ ਵਰਤੋਂ ਦੇ ਵਿੱਚ ਲਿਆਉਂਦੇ ਹੋ? ਜ਼ਿਆਦਾਤਰ ਜੀ ਟਾਹਲੀ ਹੈ, ਆਪਣੇ ਪੰਜਾਬ ਵਿੱਚ ਆਸਾਨੀ ਨਾਲ ਮਿਲ ਜਾਂਦੀ ਆ। ਉਸ ਤੋਂ ਬਾਅਦ ਸਾਗਵਾਨ, ਅੰਬ ਜਾਂ ਹੋਰ ਵੀ ਕੋਈ ਜਿਹੜੀਆਂ ਲੱਕੜਾਂ ਆਸਾਨ ਨਾਲ ਮਿਲ ਜਾਂਦੀਆਂ ਉਹਨਾਂ ਦੀ ਵਾਰੀ। ਲੇਕਿਨ ਸਭ ਤੋਂ ਵਧੀਆ ਟਾਹਲੀ ਆ, ਜੋ ਕਿ ਆਪਣੇ ਭਾਰਤ ਵਿੱਚ ਹੀ ਸਾਰੇ ਮਿਲਦੀ ਹੈ, ਲੇਕਿਨ ਪੰਜਾਬ ਵਿੱਚ ਆਰਾਮ ਨਾਲ ਮਿਲ ਜਾਂਦੀ ਹੈ। ਹਰ ਕਲਾਕ੍ਰਿਤੀ ਜਿਹੜੀ ਆ ਆਪਣੇ ਆਪ ਦੇ ਵਿੱਚ ਹੀ ਕੁਝ ਕਹਿ ਰਹੀ ਆ। ਬਹੁਤ ਹੀ ਸੋਹਣੀਆਂ ਤੇ ਮਨਮੋਹਕ ਕਲਾਕ੍ਰਿਤੀਆਂ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਿਹੜੀਆਂ ਵਾ ਬਣਾਈਆਂ ਗਈਆਂ ਵਾ। ਜਿਹੜੀਆਂ ਸਾਹਮਣੇ ਆ ਕਲਾਕ੍ਰਿਤੀ ਇਸ ਵੇਲੇ ਤੁਸੀਂ ਵੇਖ ਰਹੇ ਹੋ, ਇਹਦੇ ਬਾਰੇ ਪੁੱਛਦੇ ਆ ਸਰਦਾਰ ਨਰਿੰਦਰ ਸਿੰਘ ਜੀ ਨੂੰ ਕਿ ਇਹ ਬਾਰੇ ਇਹ ਕੀ ਕਹਿੰਦੀ ਹੈ ਕਲਾਕ੍ਰਿਤੀ? ਇਹਦਾ ਨਾਂ ਜੀ ਫੈਮਿਲੀ ਰੱਖਿਆ ਗਿਆ ਹੈ। ਉਹ ਮਰਦ ਔਰ ਇਸਤਰੀ ਔਰ ਉਹਨਾਂ ਦਾ ਵਿੱਚ ਬੱਚਾ, ਜੋ ਦੋਵੇਂ ਉਹਨੂੰ ਪਿਆਰ ਨਾਲ ਆਪਣੀ ਗੋਦੀ 'ਚ ਲੈ ਕੇ ਬੈਠੇ ਹੋਏ ਨੇ, ਇਹ ਦਰਸਾਇਆ ਗਿਆ ਜੀ ਇਹਦੇ ਵਿੱਚ। ਨਰਿੰਦਰ ਸਿੰਘ ਜੀ, ਇਹ ਜਿਹੜੀ ਕਲਾਕ੍ਰਿਤੀ ਆ, ਕਲਾ ਪ੍ਰਯਾਗ ਇਹਦਾ ਨਾਮ ਆ, ਇਹਦੇ ਬਾਰੇ ਕੁਝ ਦੱਸੋ। ਇਹ ਜੀ ਮੇਰਾ ਉਹ ਸਕਲਪਚਰ ਪਹਿਲਾ ਹੈ ਜਿਹਨੇ ਮੈਨੂੰ ਆਲ ਇੰਡੀਆ ਲੈਵਲ 'ਤੇ ਕੋਈ ਪਹਿਲਾ ਅਵਾਰਡ ਦਵਾਇਆ। ਕਲਾ ਪ੍ਰਯਾਗ ਦੇ ਵਿੱਚ ਇਹਦੇ ਵਿੱਚ 7 ਗੇਂਦਾਂ ਬਣਾਈਆਂ ਗਈਆਂ ਨੇ, 7 ਹੀ ਸੁਰ ਹੁੰਦੇ ਨੇ ਤੇ 7 ਹੀ ਰੰਗ ਹੁੰਦੇ ਨੇ। ਪ੍ਰਯਾਗ ਦਾ ਮਤਲਬ ਹੈ ਜਦੋਂ ਦੋ ਚੀਜ਼ਾਂ ਦਾ ਮੇਲ ਹੁੰਦਾ, ਇਹ ਦੋਵਾਂ ਨੂੰ ਮੇਲ ਕਰਦੀ ਹੋਈ ਦਰਸਾਈ ਗਈ ਹੈ। ਸਰਦਾਰ ਨਰਿੰਦਰ ਸਿੰਘ ਜੀ, ਇਹ ਜਿਹੜੀ ਕਲਾਕ੍ਰਿਤੀ ਆ, ਇਹ ਸਾਡੇ ਸ਼੍ਰੋਮਣੀ ਸ਼ਾਇਰ ਪਰਮਿੰਦਰਜੀਤ ਜੀ ਹੁੰਦੇ ਸੀ, ਉਹਨਾਂ ਦਾ ਅੱਖਰ ਮੈਗਜ਼ੀਨ ਸੀ, ਉਹਦੇ ਵਿੱਚ ਟਾਈਟਲ ਪੇਜ 'ਤੇ ਵੀ ਇਹ ਨਜ਼ਰ ਆਈ ਸੀ ਇਹ ਕਲਾਕ੍ਰਿਤੀ। ਇਹਦੇ ਬਾਰੇ ਜ਼ਰੂਰ ਚਾਨਣਾ ਪਾਓ ਜੀ। ਜ਼ਰੂਰ ਜੀ। ਇਸ ਦੇ ਵਿੱਚ ਸੇਬ ਦੀ ਕਹਾਣੀ ਆ ਜੋ ਦਰਸਾਈ ਗਈ ਆ। ਜਿਸ ਤਰ੍ਹਾਂ ਕਿ ਦੰਦ ਕਥਾਵਾਂ ਦੇ ਵਿੱਚ ਆਉਂਦਾ ਕਿ ਆਦਮੀ ਔਰ ਔਰਤ ਇੱਕ ਸੁਖੀ ਜੀਵਨ ਬਤੀਤ ਕਰ ਰਹੇ ਸੀ, ਲੇਕਿਨ ਸ਼ੈਤਾਨ ਨੇ ਉਹਨਾਂ ਵਿੱਚ ਲੜਾਈ ਪਾਉਣ ਵਾਸਤੇ ਇੱਕ ਸੇਬ ਦੇ ਦਿੱਤਾ, ਜਿਸ ਦੇ ਖਾਣ ਤੋਂ ਬਾਅਦ ਉਹਨਾਂ ਦੇ ਵਿੱਚ
ਲੜਾਈ ਆ ਗਈ। ਹੁਣ ਇਸ ਦੇ ਵਿੱਚ ਵੀ ਇਹ ਸੇਬ ਦਿਖਾਇਆ ਗਿਆ ਜੀ। ਇਹ ਦੋਵੇਂ ਜਣੇ ਨੇ ਉਹਦੇ ਸ਼ੈਤਾਨ ਆ ਜੋ ਉੱਤੇ ਆਪਣੀ ਕੀਤੀ ਤੇ ਖੁਸ਼ ਹੋ ਰਿਹਾ। ਇਹ ਜਿਹੜਾ ਨਜ਼ਾਰਾ ਤੁਸੀਂ ਵੇਖ ਰਹੇ ਹੋ ਇਹ ਠਾਕਰ ਸਿੰਘ ਆਰਟ ਗੈਲਰੀ ਦੇ ਅੰਦਰ ਦਾ ਵਾ, ਜਿਸ ਦੇ ਵਿੱਚ ਸਰਦਾਰ ਨਰਿੰਦਰ ਸਿੰਘ ਜੀ ਦੇ ਵੱਲੋਂ ਬਣਾਈਆਂ ਗਈਆਂ ਕਲਾਕ੍ਰਿਤੀਆਂ ਜਿਹੜੀਆਂ ਇੱਥੇ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ਦੇ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਰਹੀਆਂ ਵਾ। ਕੁਝ ਜਿਹੜੀਆਂ ਕਲਾਕ੍ਰਿਤੀਆਂ ਦੇ ਬਾਰੇ ਵੀ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ ਤੇ ਦੱਸਾਂਗੇ। ਜਿਸ ਤਰ੍ਹਾਂ ਸਾਹਮਣੀ ਕਲਾਕ੍ਰਿਤੀ ਤੁਸੀਂ ਵੇਖ ਰਹੇ ਹੋ, ਇਹਦੇ ਬਾਰੇ ਸਰਦਾਰ ਨਰਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਕਲਾਕ੍ਰਿਤੀ ਕੀ ਕਹਿਣਾ ਚਾਹੁੰਦੇ ਜੀ। ਇਹ ਜੀ ਇੱਕ ਸਕਲਪਚਰ ਦੇ ਵਿੱਚ ਖਾਸ ਵਿਧੀ ਹੈ ਜਿਹਨੂੰ ਮਿਰਰ ਵਿਧੀ ਕਹਿੰਦੇ ਆ ਜੀ। ਇਸ ਦੇ ਵਿੱਚ ਸਕਲਪਚਰ ਦੋਵੇਂ ਸਾਈਡਾਂ ਤੋਂ ਸੇਮ ਹੀ ਹੁੰਦਾ ਹੈ, ਬਿਲਕੁਲ ਇੱਕੋ ਹੀ ਮਿਣਤੀ ਦੇ ਵਿੱਚ। ਇਸ ਸੀਰੀਜ਼ ਵਿੱਚ ਇਸ ਐਗਜੀਬਿਸ਼ਨ ਦੇ ਵਿੱਚ 3 ਪੀਸ ਲੱਗੇ ਨੇ। ਉਹਦੇ 'ਚ ਮੈਂ 8 ਪੀਸ ਬਣਾਏ ਸੀਗੇ, ਜਿਨ੍ਹਾਂ 'ਚੋਂ 3 ਇੱਥੇ ਪ੍ਰਦਰਸ਼ਿਤ ਨੇ। ਇਹਨੂੰ ਅਗਰ ਤੁਸੀਂ ਦੂਸਰੀ ਸਾਈਡ ਤੋਂ ਦੇਖੋਗੇ ਤਾਂ ਬਿਲਕੁਲ ਹੀ ਇਹ ਸੇਮ ਆ। ਇਹ ਜਿਹੜੀ ਆ ਝਾਤੀ ਮਰਵਾ ਦਿੱਤੀ ਜਾਏਗੀ ਜੀ ਕਿ ਕਲਾਕ੍ਰਿਤੀ ਜਿਸ ਤਰ੍ਹਾਂ ਸਾਹਮਣੇ ਤੁਸੀਂ ਵੇਖੀ ਆ, ਹੁਣ ਦੂਸਰੀ ਸਾਈਡ ਤੋਂ ਜਾ ਕੇ ਵੀ ਉਸੇ ਤਰ੍ਹਾਂ ਹੀ ਹੂਬਹੂ ਨਜ਼ਰ ਆਏਗੀ। ਇਹੀ ਇੱਕ ਕਲਾਕਾਰ ਦੀ ਕਲਾ ਦਾ ਕਮਾਲ ਹੁੰਦਾ ਵਾ। ਜੇ ਟਾਈਮ ਤੇ ਬਹੁਤ ਲੱਗਦਾ ਵਾ, ਪਰ ਬੜੀਆਂ ਚੀਜ਼ਾਂ ਜਿਹੜੀਆਂ ਵਾ ਉਹ ਲੋਕਾਂ ਦੇ ਵਾਸਤੇ ਇੱਕ ਮਹੱਤਵਪੂਰਨ ਵਸਤੂ ਬਣ ਕੇ ਜਦੋਂ ਸਾਹਮਣੇ ਉੱਭਰਦੀਆਂ ਵਾ ਤੇ ਉਹਦਾ ਨਜ਼ਾਰਾ ਹੀ ਵੱਖਰਾ ਹੁੰਦਾ। ਇਹ ਵੱਖ-ਵੱਖ ਕਲਾਕ੍ਰਿਤੀਆਂ ਤੁਸੀਂ ਇਸ ਵੇਲੇ ਠਾਕਰ ਸਿੰਘ ਆਰਟ ਗੈਲਰੀ ਦੇ ਅੰਦਰ ਦਾ ਜਿਹੜਾ ਨਜ਼ਾਰਾ, ਜਿੱਥੇ 5 ਦਿਨਾਂ ਪ੍ਰਦਰਸ਼ਨੀ ਲੱਗੀ ਹੋਈ ਆ। ਸਰਦਾਰ ਨਰਿੰਦਰ ਸਿੰਘ ਜੀ, ਇਹ ਜਿਹੜੀ ਕਲਾਕ੍ਰਿਤੀ ਆ ਮਾਂ ਬੇਟੇ ਦੀ, ਇਹ ਕੀ ਕਹਿੰਦੀ ਆ ਜੀ? ਔਰ ਇਹਦੇ ਬਾਰੇ ਦੱਸੋ ਕਿ ਇਹ ਕੋਈ ਅਵਾਰਡ ਵਿਨਰ ਆ ਜਾਂ ਵੈਸੇ ਹੀ ਇਹ ਲਗਾਈ ਹੋਈ ਤੁਸੀਂ? ਇਸ 'ਤੇ ਜੀ ਬਹੁਤ ਮਿਹਨਤ ਲੱਗੀ ਆ। ਇਹ ਲੱਕੜ ਕੋਈ 5 ਕੁਇੰਟਲ ਦੀ ਸੀਗੀ, ਜੋ ਇਸ ਵੇਲੇ ਲਗਭਗ 70-80 ਕਿਲੋ ਦੀ ਰਹਿ ਗਈ ਆ। ਇਸ ਦੇ ਵਿੱਚ ਮਾਂ ਔਰ ਬੇਟੀ ਦਾ ਪਿਆਰ ਦਰਸਾਇਆ ਗਿਆ। ਸੰਨ 2014 ਵਿੱਚ ਦਿੱਲੀ 'ਚ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੋਇਆ ਸੀ, ਜਿਸ ਵਿੱਚ ਆਰਟਿਸਟ ਆਫ ਦੀ ਈਅਰ ਅਵਾਰਡ ਮੈਨੂੰ ਇਸ ਦੀ ਬਦੌਲਤ ਮਿਲਿਆ। 5 ਕੁਇੰਟਲ ਦੀ ਇਹ ਲੱਕੜ ਸੀਗੀ ਤੇ ਇਹਨੂੰ ਤਰਾਸ਼ ਕੇ ਜਿਹੜਾ ਵਾ ਹੁਣ ਕਿੰਨੇ ਕੁਇੰਟਲ ਦੀ ਰਹਿ ਗਈ ਜੀ ਜਾਂ ਕਿੰਨੇ ਕਿਲੋ ਦੀ ਹੈ? ਹੁਣ 70-80 ਕਿਲੋ ਦੀ ਰਹਿ ਗਈ ਹੈ। ਮਤਲਬ ਕਿ 4 ਕੁਇੰਟਲ 30 ਕਿਲੋ ਜਿਹੜਾ ਵਾ ਉਹ ਲੱਕੜ ਦੇ ਵਿੱਚੋਂ ਹੀ ਲੱਕੜ ਜਿਹੜੀ ਆ ਕੱਢਦੇ ਆ, ਉਹ ਲੱਕੜ ਉੱਡੀ ਵਿੱਚੋਂ। ਜੀ ਬਿਲਕੁਲ ਜੀ ਬਿਲਕੁਲ। ਦੇਖ ਲਓ ਕਿੰਨੀ ਵੱਡੀ ਜਿਹੜੀ ਆ ਉਹ ਸਾਧਨਾ ਹੁੰਦੀ ਆ ਇਹ ਜਿਹੜੀ ਸਕਲਪਚਰ ਜਿਹੜੀ ਆ ਘੜਨ ਦੇ ਵਿੱਚ, ਕਿ 5 ਕੁਇੰਟਲ ਦੇ ਲਗਭਗ ਲੱਕੜ ਜਿਹੜੀ ਆ ਉਹਨੂੰ ਤਰਾਸ਼ਿਆ ਇਸ ਕਦਰ ਕਿ 4 ਕੁਇੰਟਲ 30 ਕਿਲੋ ਜਿਹੜੀ ਲੱਕੜ ਆ ਉਹ ਇੱਕ ਕਲਾਕ੍ਰਿਤੀ ਵਿੱਚੋਂ ਕੱਢਣ ਤੇ ਹੀ ਜਿਹੜੀ ਆ ਉਹ ਲੱਗ ਗਈ। ਇਸ ਕਲਾ ਨੂੰ ਰੋਜ਼ਾਨਾ ਤੁਸੀਂ ਕਿੰਨਾ ਟਾਈਮ ਦੇ ਪਾਉਂਦੇ ਹੋ? ਡਿਊਟੀ ਤੋਂ ਬਾਅਦ ਜੀ ਮੈਂ ਇੱਥੇ ਆਰਟ ਗੈਲਰੀ ਆ ਜਾਂਦਾ ਵਾਂ। ਪਹਿਲਾਂ ਮੈਂ ਘਰ ਕੰਮ ਕਰਦਾ ਸੀਗਾ ਔਰ ਆਪਣੇ ਗੈਲਰੀ ਦੇ ਜੋ ਇਸ ਵੇਲੇ ਚੇਅਰਮੈਨ ਨੇ, ਉਸ ਵੇਲੇ ਪ੍ਰੈਜ਼ੀਡੈਂਟ ਸੀਗੇ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਸ਼ੀਨਾ। ਉਹਨਾਂ ਤੋਂ ਇਲਾਵਾ ਭਾਈ ਸ਼ਰਦੇਵ ਸਿੰਘ, ਇਹਨਾਂ ਨੇ ਮੈਨੂੰ ਪ੍ਰੇਰਿਆ ਔਰ ਮੇਰੇ ਵਾਸਤੇ ਬਹੁਤ ਕੁਝ ਕੀਤਾ ਜੀ। ਉੱਪਰ ਇੱਕ ਸਪੈਸ਼ਲ ਜਗ੍ਹਾ ਬਣਾ ਕੇ ਦਿੱਤੀ ਜਿੱਥੇ ਸਕਲਪਚਰ ਦਾ ਕੰਮ ਹੋ ਸਕੇ ਔਰ ਇਸ ਦੇ ਨਾਲ ਕੰਮ ਜਿਹੜਾ ਹੋਰ ਵਧੀਆ ਤਰੀਕੇ ਨਾਲ ਹੋ ਸਕਿਆ। ਡਿਊਟੀ ਤੋਂ ਬਾਅਦ ਆ ਕੇ ਮੈਂ ਆਪਣਾ ਇਹ ਕੰਮ ਕਰਦਾ ਜੀ ਔਰ ਜਿੰਨਾ ਵੀ ਸਮਾਂ ਹੁੰਦਾ ਹੈ, ਮੇਰੇ ਲਈ 2 ਜਗ੍ਹਾ ਨੇ ਘਰ ਤੋਂ ਇਲਾਵਾ ਡਿਊਟੀ 'ਤੇ, ਉਸ ਤੋਂ ਬਾਅਦ ਕੰਮ ਕਰਦਾ ਵਾਂ। ਬਹੁਤ ਘੱਟ ਸਮਾਂ ਜਿਹੜਾ ਨਾ ਜੀ ਆਪਣੇ ਮਿੱਤਰਾਂ ਨੂੰ ਦੇ ਸਕਿਆ, ਆਪਣੇ ਰਿਸ਼ਤੇਦਾਰਾਂ ਨੂੰ ਦੇ ਸਕਿਆ, ਨਾ ਦੇ ਬਰਾਬਰ। ਔਰ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਉਹ ਮੇਰੇ ਨਾਲ ਨਾਰਾਜ਼ ਵੀ ਨਹੀਂ ਹੋਏ। ਔਰ ਇਸੇ ਕਰਕੇ ਜੋ ਇਹ ਪ੍ਰਦਰਸ਼ਨੀ ਇਸ ਵੇਲੇ ਚੱਲ ਰਹੀ ਆ, ਇਹ ਮੈਂ ਉਹਨਾਂ ਨੂੰ ਸਮਰਪਿਤ ਕੀਤੀ ਆ, ਜਿਨ੍ਹਾਂ ਯਾਰਾਂ ਦੋਸਤਾਂ ਨੂੰ, ਜਿਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਮੈਂ ਸਮਾਂ ਨਹੀਂ ਦੇ ਸਕਿਆ, ਇਹ ਸਾਰੇ ਉਹਨਾਂ ਲਈ ਸਮਰਪਿਤ ਹੈ। ਇਹ ਪ੍ਰਦਰਸ਼ਨੀ ਨਹੀਂ, ਮੇਰਾ ਸਾਰਾ ਕੰਮ ਹੀ ਉਹਨਾਂ ਨੂੰ ਸਮਰਪਿਤ ਆ। ਉਹਨਾਂ ਨੂੰ ਸਮਾਂ ਦੇਣਾ ਮੇਰਾ ਫਰਜ਼ ਸੀਗਾ, ਮੈਂ ਨਹੀਂ ਦੇ ਸਕਿਆ। ਤੁਸੀਂ ਬੜੇ ਸ਼ਾਗਿਰਦ ਜਿਹੜੇ ਆ ਉਹ ਅਗਲੇ ਬੰਨੇ ਕਲਾ ਖੇਤਰ ਨੂੰ ਦਿੱਤੇ। ਆਪਣੇ ਮੁੱਢਲੇ ਸ਼ਾਗਿਰਦਾਂ ਬਾਰੇ ਕੁਝ ਜਿਹੜਾ ਵਾ ਜ਼ਰੂਰ ਦਰਸ਼ਕਾਂ ਨੂੰ ਦੱਸੋ। ਦੇਖੋ ਜੀ, ਸਭ ਤੋਂ ਪਹਿਲਾ ਸ਼ਾਗਿਰਦ ਅਗਰ ਕਹੋ ਤਾਂ ਉਹ ਮੈਨੂੰ ਘਰ ਵਿੱਚ ਹੀ ਮਿਲ ਗਿਆ ਸੀਗਾ।
ਮੇਰੀ ਬੇਟੀ ਇੰਦਰਪ੍ਰੀਤ ਕੌਰ ਜੋ ਆਪਣਾ ਖੁਦ ਇਸ ਵੇਲੇ ਤੱਕ ਨਾਮ ਕਾਇਮ ਕਰ ਚੁੱਕੀ ਆ, ਉਹਦੀ ਪਹਿਚਾਣ ਬਣ ਚੁੱਕੀ ਹੈ। ਉਹ ਛੋਟੀ ਹੁੰਦੀ ਮੇਰਾ ਸਾਥ ਦੇਣ ਲੱਗ ਪਈ ਸੀਗੀ। ਕੋਈ ਉਹ ਸ਼ਾਇਦ 5 ਜਾਂ 6 ਸਾਲ ਦੀ ਹੋਏਗੀ ਜਦੋਂ ਤੋਂ ਉਹ ਮੇਰੇ ਨਾਲ ਕੰਮ ਕਰਦੀ ਰਹੀ, ਔਰ 10-12 ਵਰ੍ਹਿਆਂ ਦੇ ਵਿੱਚ ਉਹਨੇ ਇੱਕ ਆਪਣਾ ਪਹਿਲਾ ਸਕੱਤਰ ਇੱਕ ਇਮਕਾਰ ਦੇ ਰੂਪ ਵਿੱਚ ਬਣਾ ਲਿਆ ਸੀਗਾ। ਬੇਟਾ ਹੈ ਤੇਗਵੀਰ ਸਿੰਘ, ਉਹ ਵੀ ਇਸ ਫੀਚਰ ਇਹਦੇ ਵਿੱਚ ਕੰਮ ਕਰ ਰਿਹਾ ਹੈ। ਅਗਰ ਬਾਹਰੋਂ ਮੈਨੂੰ ਸ਼ਾਗਿਰਦ ਜੋ ਸਭ ਤੋਂ ਪਹਿਲਾਂ ਮਿਲੇ ਨੇ, ਉਹਨਾਂ ਵਿੱਚ 2 ਲੜਕੀਆਂ ਇਕੱਠੀਆਂ ਆਈਆਂ ਸੀ, ਗੁਰਸ਼ਰਨ ਕੌਰ ਅਤੇ ਟੀਨਾ ਸ਼ਰਮਾ, ਜੋ ਇਸ ਵੇਲੇ ਦੋਵੇਂ ਹੀ ਆਲ ਇੰਡੀਆ ਪੱਧਰ ਤੱਕ ਅਵਾਰਡ ਹਾਸਲ ਕਰ ਚੁੱਕੇ ਨੇ। ਬੇਟੀ ਮੇਰੀ ਵੀ ਆਲ ਇੰਡੀਆ ਲੈਵਲ 'ਤੇ ਇਨਾਮ ਹਾਸਲ ਕਰ ਚੁੱਕੀ ਹੈ, ਬੇਟਾ ਸਟੇਟ ਲੈਵਲ ਤੱਕ ਕਰ ਚੁੱਕਾ ਹੈ। ਇਹਨਾਂ ਤੋਂ ਇਲਾਵਾ ਬਹੁਤ ਸ਼ਾਗਿਰਦ ਨੇ ਜੀ। ਸ਼ਾਗਿਰਦ ਕੀ ਹੈ, ਉਹਨਾਂ ਕੋਲ ਸਿੱਖਣ ਨੂੰ ਖੁਦ ਮਿਲ ਜਾਂਦਾ, ਇੱਕ ਨਾਤਾ ਬਣ ਜਾਂਦਾ ਹੈ। ਮੈਂ ਵੱਡਾ ਵਾਂ, ਪਹਿਲਾਂ ਕੰਮ ਕਰ ਰਿਹਾ, ਉਹਨਾਂ ਕੋਲ ਅਸੀਂ ਸਿੱਖਦੇ ਹਾਂ, ਸਾਡੇ ਕੋਲ ਉਹ ਸਿੱਖਦੇ ਨੇ। ਹੁਣ ਤੱਕ ਕੋਈ 50 ਜਾਣੇ ਲਗਭਗ ਹਨ ਜੋ ਇਹ ਕੰਮ ਨੂੰ ਸਿੱਖ ਰਹੇ ਨੇ। ਯੂਨੀਵਰਸਿਟੀਆਂ ਤੋਂ ਵਿਦਿਆਰਥੀ ਵੀ ਤੁਹਾਡੇ ਕੋਲ ਕਦੀ ਆਉਂਦੇ ਸਿੱਖਣ ਵਾਸਤੇ, ਉਹਦਾ ਜ਼ਿਕਰ ਜ਼ਰੂਰ ਕਰੋ। ਜੀ ਹਾਂ, ਇੰਟਰਨਸ਼ਿਪ ਲਗਾਉਣ ਵਾਸਤੇ ਜਿਨ੍ਹਾਂ ਨੇ ਆਪਣਾ ਵਿਸ਼ਾ ਸਕਲਪਚਰ ਰੱਖਿਆ ਹੁੰਦਾ ਹੈ, ਇੰਟਰਨਸ਼ਿਪ ਲਗਾਉਣ ਵਾਸਤੇ ਆਉਂਦੇ ਨੇ। ਫਿਰ ਕੋਈ ਉਸ ਤੋਂ ਜ਼ਿਆਦਾ ਸਮਾਂ ਵੀ ਰਹਿ ਜਾਂਦੇ ਨੇ। ਜਿਹ 'ਚ ਇਲਾਹਾਬਾਦ ਤੋਂ ਇੱਕ ਲੜਕਾ ਆਇਆ ਸੀਗਾ, ਉਹ ਲਵਲੀ ਯੂਨੀਵਰਸਿਟੀ ਤੋਂ ਕਾਫੀ ਜਿਹੜੇ ਸਟੂਡੈਂਟ ਨੇ ਉਹ ਆਉਂਦੇ ਨੇ। ਇੱਕ ਲੜਕੀ ਜੋ ਸ਼੍ਰੀਲੰਕਾ ਦੀ ਰਹਿਣ ਵਾਲੀ ਸੀ, ਇਸਰੇ, ਉਹ ਵੀ ਆਈ ਸੀਗੀ। ਨਰਿੰਦਰ ਸਿੰਘ ਜੀ, ਸਕਲਪਚਰ ਤੇ ਸਕਲਪਟਰ ਸ਼ਬਦ ਦੇ ਵਿੱਚ ਕੀ ਫਰਕ ਆ, ਇਹ ਜ਼ਰੂਰ ਜਿਹੜਾ ਦੱਸੋ। ਤੁਸੀਂ ਬਿਲਕੁਲ ਸਹੀ ਸਵਾਲ ਪੁੱਛਿਆ ਜੀ। ਬੜੇ ਦੋਸਤਾਂ ਨੂੰ ਇਹਦਾ ਭੁਲੇਖਾ ਪੈਂਦਾ ਹੈ, ਕਿਉਂਕਿ ਮੈਂ ਆਪਣੇ ਨਾਂ ਨਾਲ ਸਕਲਪਟਰ ਲਿਖਦਾ। ਕੁਝ ਜਣੇ ਸਕਲਪਚਰ ਕਹਿ ਜਾਂਦੇ ਨੇ। ਸਕਲਪਚਰ ਦਾ ਮਤਲਬ ਮੂਰਤੀ ਹੁੰਦੀ ਹੈ। ਉਹ ਸਕਲਪਟਰ ਦਾ ਮਤਲਬ ਜਿਹੜਾ ਉਹਨੂੰ ਘੜਦਾ। ਜੇ ਆਪਾਂ ਪੰਜਾਬੀ 'ਚ ਕਹਿ ਲਈਏ ਮੂਰਤੀ ਜਾਂ ਬੁੱਤ ਜਿਹਨੂੰ ਕਹਿੰਦੇ ਆ, ਉਹ ਸਕਲਪਟਰ ਦਾ ਮਤਲਬ ਹੈ ਬੁੱਤ ਘਾੜਾ, ਜਿਹੜਾ ਉਹਨੂੰ ਮੂਰਤੀ ਨੂੰ ਬਣਾਉਂਦਾ ਹੈ। ਪੰਜਾਬ ਤੋਂ ਇਲਾਵਾ ਕਿੱਥੇ ਜਿਹੜੀਆਂ ਤੁਸੀਂ ਹੁਣ ਤੱਕ ਇਹ ਕਲਾ ਪ੍ਰਦਰਸ਼ਨੀਆਂ ਲੋਕਾਂ ਦੇ ਰੂਬਰੂ ਕਰ ਚੁੱਕੇ ਹੋ, ਕਲਾ ਪ੍ਰੇਮੀਆਂ ਦੇ ਰੂਬਰੂ ਕਰ ਚੁੱਕੇ ਹੋ? ਪੰਜਾਬ ਤੋਂ ਇਲਾਵਾ ਜੀ ਉੱਤਰੀ ਭਾਰਤ 'ਚ ਲਗਭਗ ਸਾਰੀ ਜਗ੍ਹਾ 'ਤੇ ਚੰਡੀਗੜ੍ਹ, ਦਿੱਲੀ, ਹਰਿਆਣਾ, ਗੁੜਗਾਵਾਂ, ਹਿਮਾਚਲ ਔਰ ਜੰਮੂ ਕਸ਼ਮੀਰ ਦੇ ਵਿੱਚ ਪ੍ਰਦਰਸ਼ਨੀਆਂ ਵੀ ਲਗਾਈਆਂ ਨੇ, ਜੋ ਲਗਭਗ ਗਰੁੱਪ ਸ਼ੋਅ ਜਿਹੜੇ ਨੇ 100 ਤੋਂ ਉੱਪਰ ਹੀ ਹੋ ਚੁੱਕੇ ਹੋਣਗੇ। ਔਰ ਕੁਝ ਵਰਕਸ਼ਾਪ ਨੇ ਜਿਨ੍ਹਾਂ ਕਰਕੇ ਵੱਖ-ਵੱਖ ਥਾਵਾਂ 'ਤੇ ਜਾਣਾ ਪੈਂਦਾ। ਵਰਕਸ਼ਾਪ ਦੇ ਵਿੱਚ ਸਾਨੂੰ ਉੱਥੇ ਜਾ ਕੇ ਸਮੇਂ ਦੇ ਉੱਤੇ ਉਸੇ ਸਮੇਂ 'ਚ ਹੀ ਉੱਥੇ ਤਿਆਰ ਕਰਨੇ ਪੈਂਦੇ ਆ ਸਕਲਪਚਰ। ਔਰ ਮੈਂ ਕੋਈ 10 ਵਰਕਸ਼ਾਪ ਜਿਹੜੀਆਂ ਨੇ ਇੰਟਰਨੈਸ਼ਨਲ ਲੈਵਲ ਦੀਆਂ ਲਾ ਚੁੱਕਾ ਜੀ। ਇਹ ਜਿਹੜੀਆਂ ਤੁਸੀਂ ਕਲਾਕ੍ਰਿਤੀਆਂ ਤਿਆਰ ਕਰਦੇ ਹੋ, ਜਿੰਨੀਆਂ ਵੀ ਕਲਾਕ੍ਰਿਤੀਆਂ ਤਿਆਰ ਕਰਦੇ ਹੋ, ਇਹਨਾਂ ਸੰਬੰਧੀ ਕਦੀ ਆਰਡਰ ਵਗੈਰਾ ਵੀ ਮਿਲਦੇ ਆ, ਕਦੀ ਸੇਲ ਵੀ ਹੁੰਦੀਆਂ ਜੀ? ਹਾਂਜੀ, ਸੇਲ ਹੋ ਜਾਂਦੀਆਂ ਜੀ, ਬਿਲਕੁਲ ਹੁੰਦੀਆਂ ਨੇ, ਲੇਕਿਨ ਆਰਡਰ ਵਰਕ ਮੈਂ ਨਹੀਂ ਕੀਤਾ ਕਦੀ। ਜੋ ਕੰਮ ਮੇਰੇ ਕੋਲ ਤਿਆਰ ਹੁੰਦਾ ਹੈ, ਜੋ ਵੀ ਕਲਾ ਪ੍ਰੇਮੀ ਆਉਂਦਾ, ਜੇ ਉਹਦੇ 'ਚ ਕਿਸੇ ਨੂੰ ਕੋਈ ਪਸੰਦ ਆਉਂਦੀ ਹੈ ਤਾਂ ਲੈ ਜਾਂਦਾ ਹੈ ਮੇਰੇ ਕੋਲ, ਕਿਉਂਕਿ ਡਿਊਟੀ ਕਰਕੇ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਕਿਸੇ ਦਾ ਆਰਡਰ ਪੂਰਾ ਕਰ ਸਕਾਂ। ਲੇਕਿਨ ਹੁਣ ਤੱਕ ਕਾਫੀ ਜਿਹੜੇ ਨੇ ਲਗਭਗ ਸਾਰੇ ਭਾਰਤ ਵਿੱਚ ਹੀ ਇਹ ਜਾ ਚੁੱਕੇ ਨੇ ਜੀ ਮੇਰੇ ਕੀਤੇ ਹੋਏ ਕੰਮ। ਜੋ ਕੰਮ ਤਿਆਰ ਨੇ, ਇਸ 'ਚ ਅਗਰ ਕਿਸੇ ਕਲਾ ਪ੍ਰੇਮੀ ਨੂੰ ਚੰਗਾ ਲੱਗਦਾ ਹੈ ਤਾਂ ਉਹ ਖਰੀਦ ਕੇ ਲੈ ਜਾਂਦਾ ਹੈ। ਇਹਦੇ ਵਿੱਚ ਔਜ਼ਾਰ ਜਿਹੜੇ ਉਹ ਜ਼ਿਆਦਾਤਰ ਕਿਹੜੇ ਵਰਤੋਂ 'ਚ ਲਿਆਉਂਦੇ ਹੋ? ਔਜ਼ਾਰ ਜੀ ਹਰ ਥਾਂ ਦੇ ਉੱਤੇ ਉਸਨੂੰ ਵੱਖਰੇ ਨਾਵਾਂ ਨਾਲ ਪਛਾਣਿਆ ਜਾਂਦਾ। ਕੁਛ ਲੋਕ ਇਹਨੂੰ ਚੱਪੂ ਕਹਿੰਦੇ ਨੇ, ਕੁਛ ਥਾਵਾਂ 'ਤੇ ਇਹਨੂੰ ਬੀੜਾ ਕਹਿੰਦੇ ਨੇ ਜਾਂ ਗਾਊਜ਼ਸ ਕਹਿ ਦਿੰਦੇ ਨੇ। ਮੂਲ ਰੂਪ ਵਿੱਚ ਇਹ ਛੇਣੀ ਆ, ਜਿਸ ਦੇ ਅਗਲੇ ਬੰਨੇ ਮੂੰਹ ਕਿਸੇ ਦਾ ਫਲੈਟ ਹੁੰਦਾ ਹੈ, ਕਿਸੇ ਦਾ ਯੂ ਸ਼ੇਪ ਦੇ ਵਿੱਚ ਹੁੰਦਾ ਹੈ, ਕਿਸੇ ਦਾ ਵੀ ਸ਼ੇਪ ਵਿੱਚ ਹੁੰਦਾ ਹੈ, ਜੋ ਵੱਖ-ਵੱਖ ਤਰੀਕੇ ਨਾਲ ਲੱਕੜ ਕੱਟਣ ਦੇ ਕੰਮ ਆਉਂਦੀਆਂ ਨੇ। ਮੁੱਖ ਔਜ਼ਾਰ ਹਥੌੜਾ, ਜੋ ਮੈਂ ਪਹਿਲਾਂ ਜਿਸ ਦਾ ਜ਼ਿਕਰ ਕਰ ਚੁੱਕਾ ਹਾਂ। ਜ਼ਿੰਦਗੀ ਦੇ 25 ਸਾਲਾਂ ਦੇ ਇਸ ਕਲਾ ਵਰਕ 'ਤੇ ਜੇ ਮੈਂ ਝਾਤੀ ਮਾਰਾਂ ਤੇ ਮੇਰੇ ਹਿਸਾਬ ਦੇ ਨਾਲ ਕੋਈ ਕੁਇੰਟਲਾਂ ਦਾ ਹਿਸਾਬ ਨਹੀਂ ਹੋਣਾ। ਮੈਂ ਤੁਹਾਨੂੰ ਹੀ ਇਹ ਸਵਾਲ ਕਰਦਾ ਵਾਂ ਵੀ ਕਿੰਨੇ ਟਨ ਜਿਹੜੀ ਲੱਕੜ ਹੁਣ ਤੱਕ ਵਰਤ ਚੁੱਕੇ ਹੋ ਅੰਦਾਜ਼ਨ? ਦੇਖੋ ਜੀ, ਇਹ ਤਾਂ ਹਿਸਾਬ ਮੇਰੇ ਪਾਸ ਵੀ ਨਹੀਂ ਹੈ, ਪਰ
ਹੁਣ ਤੱਕ ਆ ਜੀ ਮੈਂ ਕੋਈ 108 ਦੇ ਲਗਭਗ ਪੀਸ ਤਿਆਰ ਕਰ ਚੁੱਕਾ ਹਾਂ, ਜਾਂ ਇਸ ਤੋਂ ਇਲਾਵਾ ਬਾਕੀ ਰਫ ਹੈ ਨੇ 3-4 ਜੋ ਬਣ ਰਹੇ ਨੇ। ਲੇਕਿਨ ਇਸ ਪ੍ਰਦਰਸ਼ਨੀ ਵਿੱਚ ਵੀ ਜੋ ਲੱਗੇ ਨੇ ਉਹ ਮੇਰਾ 108ਵਾਂ ਪੀਸ ਹੈ ਜੋ ਬਣ ਗਿਆ ਹੈ। ਹੁਣ ਅੰਦਾਜ਼ਾ ਨਹੀਂ ਹੈ, ਲੇਕਿਨ ਕਾਫੀ ਲੱਕੜ ਇਸਤੇਮਾਲ ਹੋ ਚੁੱਕੀ ਹੈ। ਲੱਕੜ ਜ਼ਿਆਦਾ ਪੰਜਾਬ 'ਚੋਂ ਹੀ ਲੈਂਦੇ ਹੋ ਜਾਂ ਬਾਹਰੋਂ ਹਿਮਾਚਲ ਵਗੈਰਾ 'ਚੋਂ ਵੀ ਆਉਂਦੀ ਹੈ ਜੀ? ਬਾਹਰੋਂ ਲੱਕੜ ਆਉਂਦੀ ਹੈ ਜੀ। ਇੱਕ ਲੱਕੜ ਜਿਸ ਦਾ ਨਾਂ ਤੋਣਾ ਹੈ, ਉਸ ਦਾ ਇਸਤੇਮਾਲ ਉਹ ਬਾਹਰੋਂ ਆਉਂਦੀ ਆ, ਪੰਜਾਬ 'ਚੋਂ ਨਹੀਂ ਹੈਗੀ। ਉਸ ਦਾ ਇਸਤੇਮਾਲ ਕੀਤਾ ਮੈਂ ਕਾਫੀ ਸਕਲਪਚਰ ਦੇ ਵਿੱਚ, ਲੇਕਿਨ ਉਹ ਮਿਲ ਪੰਜਾਬ 'ਚੋਂ ਹੀ ਜਾਂਦੀ ਆ। ਉਹ ਜਿਹਨਾਂ ਕੋਲ ਅਸੀਂ ਲਈ ਦੀ ਲੱਕੜ ਉਹ ਮੰਗਾ ਦਿੰਦੇ ਨੇ। ਜਿਸ ਤਰ੍ਹਾਂ ਚਿੱਤਰਕਾਰੀ ਦੇ ਖੇਤਰ ਦੇ ਵਿੱਚ ਚਿੱਤਰਕਾਰੀ ਵੱਲ ਜਿਹੜਾ ਵਾ ਉਹ ਜ਼ਿਆਦਾ ਝੁਕਾਅ ਵਿਦਿਆਰਥੀ ਜ਼ਿਆਦਾ ਉਸ ਬੰਨੇ ਜਾਂਦੇ ਆ, ਅਤੇ ਬੁੱਤ ਤਰਾਸ਼ੀ ਕਲਾ ਇੱਕ ਇਹੋ ਜਿਹੀ ਕਲਾ ਵਾ ਜਿੱਧਰ ਜ਼ਿਆਦਾ ਕੋਈ ਨੌਜਵਾਨਾਂ ਦਾ ਇੱਧਰਲੇ ਬੰਨੇ ਮੈਂ ਜਿਸ ਤਰ੍ਹਾਂ ਕਹਾਂ ਆਵਾਜਾਈ ਨਹੀਂ ਆ। ਇਹਦੇ ਬਾਰੇ ਕੀ ਕਹਿਣਾ ਚਾਹੋ? ਦੇਖੋ, ਜੋ ਮੇਰੇ ਵਿਚਾਰ ਨੇ, ਸਭ ਤੋਂ ਪਹਿਲੀ ਮਜਬੂਰੀ ਤੇ ਆ ਜਾਂਦੀ ਨੇ ਕਿ ਘਰ ਦੇ ਕਹਿੰਦੇ ਨੇ ਕਿ ਤੈਨੂੰ ਇਹ 'ਚ ਮਿਲੇਗਾ ਕੀ। ਹਰ ਮਾਂ ਪਿਓ ਚਾਹੁੰਦਾ ਸਾਡਾ ਬੱਚਾ ਕਮਾਵੇ। ਉਹਨਾਂ ਨੂੰ ਇਹਦੇ ਵਿੱਚ ਨਹੀਂ ਦਿਖਦਾ ਕਿ ਉਹ ਆਪਣਾ ਪਰਿਵਾਰ ਚਲਾ ਸਕੇਗਾ, ਲੇਕਿਨ ਇਹਦੇ ਵਿੱਚ ਬਹੁਤ ਪੈਸਾ ਹੈ। ਇਸ ਵੇਲੇ ਏਸ਼ੀਆ ਦੇ ਵਿੱਚ ਕੋਈ ਜੇ ਸਭ ਤੋਂ ਅਮੀਰ ਬੰਦਾ ਆਰਟਿਸਟ ਹੈ, ਉਹ ਸਕਲਪਟਰ ਹੀ ਹੈ। ਤੇ ਬਾਕੀ ਮੇਰੇ ਚੁਣਨ ਦੀ ਗੱਲ ਹੈ ਜੀ, ਮੈਂ ਇਸ ਆਰਟ ਗੈਲਰੀ ਨਾਲ ਜੁੜਿਆ। ਆਰਟ ਗੈਲਰੀ ਦੇ ਪ੍ਰੈਜ਼ੀਡੈਂਟ ਸਰਦਾਰ ਅਵਤਾਰ ਸਿੰਘ ਜੀ, ਜੋ ਕਿ ਖੁਦ ਇੱਕ ਬੁੱਤਰਾਜ ਸਨ, ਬਹੁਤ ਚੰਗੇ, ਉਹ ਚੰਗੇ ਬੁੱਤਰਾਜ ਵੀ ਸਨ, ਇੱਕ ਚੰਗੇ ਇਨਸਾਨ ਵੀ ਸਨ। ਉਹਨਾਂ ਤੋਂ ਬਹੁਤ ਸਾਰੀ ਪ੍ਰੇਰਨਾ ਮਿਲੀ ਹੈ, ਜਿਸ ਕਰਕੇ ਮੈਂ ਇਸ ਵੱਲ ਰੁਝਾਨ ਜਿਹੜਾ ਵਾ ਉਹ ਪੈਦਾ ਹੋਇਆ। ਔਰ ਇੱਕ ਵਸੀਲੇ ਵੀ ਹੁੰਦੇ ਨੇ ਜੀ, ਵਸੀਲੇ ਵੀ ਹਾਸਲ ਹੋਏ। ਉਹਨਾਂ ਮੈਨੂੰ ਪੱਥਰ ਦਿੱਤਾ, ਉਹਨਾਂ ਮੈਨੂੰ ਔਜ਼ਾਰ ਦਿੱਤੇ। ਉਹਨਾਂ ਨੂੰ ਲੱਗਾ ਹੋਏਗਾ ਕਿ ਮੈਂ ਕੰਮ ਕਰ ਸਕਦਾ, ਤਾਂ ਉਹਨਾਂ ਮੈਨੂੰ ਇਸ ਪਾਸੇ ਵੱਲ ਤੋਰ ਲਿਆ। ਜਿਸ ਤਰ੍ਹਾਂ ਤੁਸੀਂ ਹੁਣ ਤੱਕ ਕਈ ਸਾਲਾਂ ਤੋਂ ਇਹ ਜਿਹੜਾ ਕਲਾ ਗਿਆਨ ਆ ਫ੍ਰੀ ਵੰਡਦੇ ਆ ਰਹੇ ਹੋ, ਇਹਦੀ ਕੋਈ ਤੁਸੀਂ ਰੂਪ ਰੇਖਾ ਲੀਕ ਕੇ ਰੱਖੀ ਆ ਕਿ ਇੰਨੇ ਕੀ ਵਿਦਿਆਰਥੀ ਜਿਹੜੇ ਇੱਥੇ ਆ ਸਕਦੇ ਆ, ਜਾਂ ਕੋਈ ਬੰਦਸ਼ ਨਹੀਂ ਹੈਗੀ ਕਿ ਜਿਸ ਤਰ੍ਹਾਂ ਇਸ ਸਾਡੇ ਇੰਟਰਵਿਊ ਨੂੰ ਬਾਹਰ ਵੀ ਲੋਕਾਂ ਨੇ ਵੇਖਣਾ ਵਾ, ਜੇ ਕਿਸੇ ਦਾ ਦਿਲ ਕਰੇ ਉਹ ਤੁਹਾਡੇ ਕੋਲ ਸਿੱਖਿਆ ਪ੍ਰਾਪਤ ਕਰਨੀ ਚਾਹਵੇ, ਤੇ ਉਹਦੇ ਬਾਰੇ ਜਿਹੜਾ ਜ਼ਰੂਰ ਦੱਸੋ ਕਿ ਉਹ ਕਿਵੇਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਆ? ਇਸ ਦੇ ਵਾਸਤੇ ਜੀ ਮਿਹਨਤ ਕਰਨ ਵਾਲਾ ਚਾਹੀਦਾ ਹੈ। ਕੋਈ ਵੀ ਆਵੇ, ਜੀ ਆਇਆਂ ਨੂੰ। ਬਾਕੀ ਇਹ ਜੇ ਕਹੀਏ ਜੀ ਮੈਂ ਫਰੀ ਸਿਖਾ ਰਿਹਾ, ਮੇਰੇ ਸਿਰ ਇਹ ਕਰਜ਼ੇ ਆ ਜਿਹੜਾ ਮੈਂ ਉਤਾਰ ਰਿਹਾ ਵਾਂ। ਕਿਸੇ ਵੇਲੇ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਇਹਨੂੰ ਸਿੱਖਣ ਵਾਸਤੇ ਫੀਸ ਦੇ ਸਕਾਂ। ਮੇਰੇ ਪਹਿਲੇ ਉਸਤਾਦ ਜਿਹਨਾਂ ਕੋਲ ਮੈਂ ਪੇਂਟਿੰਗ ਸਿੱਖਦਾ ਸੀ, ਅਮਰ ਚਿੱਤਰਕਾਰ ਜੀ, ਉਹ ਮੇਰੇ ਸਿੱਖਣ ਦੀ ਫੀਸ ਉਹ ਦਿੰਦੇ ਰਹੇ। ਅਤੇ ਉਹਨਾਂ ਨੇ ਕਿਹਾ ਸੀ, ਮੈਂ ਉਹਨਾਂ ਨੂੰ ਕਿਹਾ ਸਰ ਜੀ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਅਤੇ ਉਹਨਾਂ ਨੇ ਕਿਹਾ ਸੀਗਾ ਕਿ ਅੱਜ ਮੈਂ ਤੈਨੂੰ ਫਰੀ ਸਿਖਾ ਰਿਹਾ ਅਤੇ ਕੱਲ੍ਹ ਨੂੰ ਤੂੰ ਫਰੀ ਸਿਖਾਉਣਾ ਵਾ, ਤੂੰ ਵੀ ਇਹ ਸਿੱਖਿਆ ਵੰਡਣੀ ਆ। ਇਹ ਉਹਨਾਂ ਦਾ ਕਰਜ਼ਾ ਜੀ ਜਿਹੜਾ ਮੈਂ ਉਤਾਰ ਰਿਹਾ ਵਾਂ। ਇਸ ਕਲਾ ਸੰਬੰਧੀ ਨਰਿੰਦਰ ਸਿੰਘ ਜੀ ਤੁਹਾਨੂੰ ਕਿੰਨਾ ਦਾ ਜ਼ਿਆਦਾ ਸਹਿਯੋਗ ਰਿਹਾ? ਮੈਨੂੰ ਲਗਭਗ ਸਭ ਦਾ ਸਹਿਯੋਗ ਰਿਹਾ ਜੀ। ਮੇਰੇ ਮਾਤਾ ਪਿਤਾ ਜੀ ਦਾ, ਮੇਰੇ ਪਿਤਾ ਜੀ ਖੁਦ ਬੜੀ ਚੰਗੀ ਡਰਾਇੰਗ ਕਰਿਆ ਕਰਦੇ ਸੀਗੇ। ਔਰ ਇਸ ਗੈਲਰੀ ਤੋਂ ਜਿੰਨਾ ਘਰੋਂ ਸਹਿਯੋਗ ਮਿਲਿਆ ਜੀ, ਉਨਾ ਹੀ ਇਸ ਗੈਲਰੀ ਤੋਂ ਸਹਿਯੋਗ ਮਿਲਿਆ। ਘਰੋਂ ਮਾਤਾ ਪਿਤਾ ਦਾ, ਮੇਰੇ ਨਾਲ ਦੀ ਮੇਰੀ ਘਰਵਾਲੀ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੀ। ਉਹਨੇ ਸਾਰੇ ਘਰ ਦੀਆਂ ਜ਼ਿੰਮੇਵਾਰੀਆਂ ਚੁੱਕੀਆਂ। ਔਰ ਇੱਥੋਂ ਗੈਲਰੀ ਤੋਂ ਬਹੁਤ ਜ਼ਿਆਦਾ ਸਹਿਯੋਗ, ਜਿਨ੍ਹਾਂ 'ਚ ਸਰਦਾਰ ਜਿੰਦਰ ਮੋਹਨ ਸਿੰਘ ਜੀ ਸ਼ੀਨਾ, ਭਾਈ ਸ਼ਿਵਦੇਵ ਸਿੰਘ ਜੀ, ਸਰਦਾਰ ਅਵਤਾਰ ਸਿੰਘ ਜੀ, ਅਰਵਿੰਦਰ ਸਿੰਘ ਚਮਕ ਜੀ, ਡਾਕਟਰ ਗਰੋਵਰ, ਕੁਲਵੰਤ ਸਿੰਘ ਗਿੱਲ, ਓਪੀ ਵਰਮਾ, ਸਰਦਾਰ ਸੁਖਪਾਲ ਸਿੰਘ ਜੀ, ਮੈਂ ਸ਼ਾਇਦ ਨਾਂ ਭੁੱਲ ਜਾਵਾਂ ਜੀ, ਸਾਰਿਆਂ ਨੇ, ਹਰ ਇੱਕ ਨੇ। ਮੇਰੇ ਕੋਲ ਬਹੁਤ ਨਾਂ ਨੇ, ਸ਼ਾਇਦ ਮੈਂ ਭੁੱਲਦਾ, ਲੇਕਿਨ ਮੇਰੇ ਕੋਲ ਇੱਕ ਨਾਮ ਵੀ ਐਸਾ ਨਹੀਂ ਆ ਜਿਹਨੇ ਮੇਰਾ ਸਹਿਯੋਗ ਨਹੀਂ ਦਿੱਤਾ। ਹਰ ਇੱਕ ਨੇ ਸਹਿਯੋਗ ਦਿੱਤਾ ਜੀ, ਔਰ ਸਹਿਯੋਗ ਕਰਕੇ ਹੀ ਮੈਂ ਇੱਥੇ ਤੱਕ ਪਹੁੰਚਿਆ। ਪਰਿਵਾਰ ਦੇ ਵਿੱਚ ਕੌਣ ਆ ਜੀ, ਅਤੇ ਮਾਤਾ ਪਿਤਾ ਦਾ ਨਾਂ ਜ਼ਰੂਰ ਦੱਸੋ ਜੀ।
ਮੇਰੇ ਪਿਤਾ ਜੀ ਸਰਦਾਰ ਜੋਗਿੰਦਰ ਸਿੰਘ ਜੀ, ਮਾਤਾ ਸ਼੍ਰੀਮਤੀ ਭੁਪਿੰਦਰ ਕੌਰ ਜੀ, ਘਰਵਾਲੀ ਦਾ ਨਾਮ ਮੇਰੇ ਜੀ ਗੁਰਪ੍ਰੀਤ ਕੌਰ ਹੈ। ਬਹੁਤ ਚੰਗੇ ਸੁਭਾਅ ਦੀ, ਜਿਹਨੇ ਮੇਰੀ ਗੱਲ ਦਾ ਕਦੀ ਗੁੱਸਾ ਨਹੀਂ ਕੀਤਾ ਜੀ। 7 ਬਚਨ ਕਹਿ ਕੇ ਹਰ ਗੱਲ ਮੰਨੀ ਆ। ਔਰ ਮੇਰਾ ਭਰਾ ਹੈ ਜੀ ਹਰਿੰਦਰ ਸਿੰਘ, ਉਸ ਦਾ ਪਰਿਵਾਰ ਸਾਰਾ ਬਹੁਤ ਚੰਗਾ, ਸਾਰੇ ਜੀ ਬਹੁਤ ਚੰਗੇ ਨੇ ਜੀ। ਸਾਡੇ ਪਰਿਵਾਰ 'ਚ ਏਕਾ ਵਾ, ਅਸੀਂ ਇਕੱਠੇ ਰਹਿੰਦੇ ਹਾਂ। ਔਰ ਗੁਰੂ ਮਹਾਰਾਜ ਦੀ ਕਿਰਪਾ ਵਾ, ਸਭ ਦਾ ਸਹਿਯੋਗ ਬਹੁਤ। ਇਹ ਅੱਜ ਦੀ ਮੁਲਾਕਾਤ ਜਿਹੜੀ ਸੀਗੀ, ਇਹ ਸਰਦਾਰ ਨਰਿੰਦਰ ਸਿੰਘ ਜੀ, ਜੋ ਮੈਂ ਪਹਿਲਾਂ ਦੱਸ ਚੁੱਕਾ ਕਿ ਦੇਸ਼ ਦੇ, ਭਾਰਤ ਦੇ ਪ੍ਰਸਿੱਧ ਬੁੱਤ ਤਰਾਸ਼, ਜਿਨ੍ਹਾਂ ਨੇ ਆਪਣੀ ਕਲਾ ਦੇ ਦਮ ਦੇ ਉੱਤੇ ਪੂਰੇ ਭਾਰਤ ਦੇ ਵਿੱਚ ਹੀ ਵੱਡਾ ਨਾਂ ਬਣਾਇਆ ਹੋਇਆ ਵਾ। ਅਤੇ ਇੱਕ ਆਮ ਲੋਕਾਂ ਲਈ ਜਿਹੜੀ ਆ ਸਿਹਤ ਦਾ ਕੰਮ ਵੀ ਕਰਦੇ ਆ ਕਿ ਕੀਤੀ ਗਈ ਮਿਹਨਤ ਜਿਹੜੀ ਆ ਉਹ ਕਦੀ ਵੀ ਅਜਾਈ ਨਹੀਂ ਜਾਂਦੀ। ਬੜੇ ਸ਼ਾਗਿਰਦਾਂ ਨੂੰ ਇਹਨਾਂ ਨੇ ਜਿਹੜਾ ਵਾ ਇਸ ਖੇਤਰ ਦੇ ਵਿੱਚ ਹੱਲਾਸ਼ੇਰੀ ਦੇ ਕੇ ਤੋਰਿਆ ਵਾ। ਉਹ ਵੀ ਸਾਰੇ ਬੰਨੇ ਹੀ ਆਪਣਾ ਨਾਂ ਬਣਾ ਕੇ ਬੈਠੇ ਨੇ। ਅਤੇ ਹਮੇਸ਼ਾ ਦੀ ਤਰ੍ਹਾਂ ਹੀ ਮੇਰੇ ਨਾਲ ਮੇਰੇ ਦੋਸਤ ਨਵਦੀਪ ਸੋਤਾ ਜੀ ਅੱਜ ਫਿਰ ਇਸ ਇੰਟਰਵਿਊ ਨੂੰ ਕਵਰ ਕਰ ਰਹੇ ਆ। ਮੈਂ ਵਾਅਦਾ ਕਰਦਾ ਵਾਂ ਕਿ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਵਧੀਆ ਸ਼ਖਸੀਅਤਾਂ ਨਾਲ ਹੁਣ ਤੱਕ ਮਿਲਾ ਚੁੱਕੇ ਹਾਂ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ, ਆਉਣ ਵਾਲੇ ਐਪੀਸੋਡ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਚੰਗੀਆਂ ਚੰਗੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਰਵਾਂਗੇ। ਧੰਨਵਾਦ ਜੀ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸਰਦਾਰ ਨਰਿੰਦਰ ਸਿੰਘ ਜੀ ਦੇ ਬੇਟਾ ਅਤੇ ਬੇਟੀ ਇੰਦਰਪ੍ਰੀਤ ਕੌਰ, ਜਿਨ੍ਹਾਂ ਦੇ ਬਾਰੇ ਤੁਹਾਨੂੰ ਪਹਿਲਾਂ ਹੀ ਭਾਜੀ ਦੱਸ ਚੁੱਕੇ ਆ, ਅਤੇ ਬੇਟਾ ਤੇਗਵੀਰ। ਦੋਨੇ ਹੀ ਕਲਾ ਦੇ ਵਿੱਚ ਮਾਹਰ ਨੇ। ਅਤੇ ਪੁੱਛਦੇ ਆ ਇੰਦਰਪ੍ਰੀਤ ਨੂੰ ਕਿ ਆਪਣੇ ਪਾਪਾ ਦੀ ਕਲਾ 'ਤੇ ਕਿੰਨਾ ਕੁ ਮਾਣ ਆ। ਮੈਨੂੰ ਬਹੁਤ ਮਾਣ ਹੈ ਆਪਣੇ ਪਾਪਾ ਦੀ ਕਲਾ ਦਾ। ਬਹੁਤ ਨਾਮ ਕਮਾਇਆ ਇਹਨਾਂ ਨੇ, ਬਹੁਤ ਫੇਮਸ ਨੇ। ਜਿੱਥੇ ਕਿਤੇ ਜਾਈਏ, ਮੈਂ ਵੀ ਆਰਟ ਫੀਲਡ ਵਿੱਚ ਹਾਂ, ਅਤੇ ਇਸ ਲਈ ਮੈਨੂੰ ਇਹਨਾਂ ਦਾ ਨਾਮ ਸੁਣਨ ਨੂੰ ਵੀ ਹੋਰਾਂ ਲੋਕਾਂ ਤੋਂ ਬਹੁਤ ਮਿਲਦਾ ਹੈ ਕਿ ਇਹਦੇ ਪਾਪਾ ਬਹੁਤ ਵੱਡੇ ਆਰਟਿਸਟ ਨੇ। ਮੈਨੂੰ ਬਹੁਤ ਪ੍ਰਾਊਡ ਫੀਲ ਹੁੰਦਾ ਹੈ ਕਿ ਉਹ ਵੀ ਇਸ ਫੀਲਡ ਵਿੱਚ ਬਹੁਤ ਫੇਮਸ ਨੇ ਅਤੇ ਮੈਂ ਵੀ ਉਸੇ ਫੀਲਡ ਵਿੱਚ ਚੱਲ ਰਹੀ ਹਾਂ, ਅਤੇ ਉਸ ਚੀਜ਼ ਦਾ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ। ਸ਼ਾਬਾਸ਼ ਬੇਟੇ। ਔਰ ਤੇਗ ਤੁਸੀਂ ਜੀ? ਜੀ ਮੈਨੂੰ ਵੀ ਬਿਲਕੁਲ ਸੇਮ। ਜਿਵੇਂ ਮੈਂ ਇਸ ਟਾਈਮ ਪੜ੍ਹਾਈ ਕਰਦਾ ਪਿਆ ਆਰਟ ਦੀ ਫੀਲਡ ਵਿੱਚ ਵੀ, ਅਤੇ ਮੈਨੂੰ ਜਿਹੜਾ ਵੀ ਕੋਈ ਟੀਚਰ ਮਿਲਦਾ ਹੈ ਜਾਂ ਫਿਰ ਕੋਈ ਹੋਰ ਮਿਲਦਾ, ਮੈਨੂੰ ਆਹੀ ਪੁੱਛਦਾ ਕਿ ਅੱਛਾ ਤੁਸੀਂ ਉਹਨਾਂ ਦੇ ਬੇਟੇ ਹੋ, ਅਤੇ ਮੈਨੂੰ ਉਸ 'ਤੇ ਬਹੁਤ ਮਾਣ ਹੁੰਦਾ ਕਿ ਇਹਨਾਂ ਨੂੰ ਜਾਣਦਾ ਹੈ ਕੋਈ ਬਾਹਰ। ਧੰਨਵਾਦ। ਸ਼ਾਬਾਸ਼ ਬੇਟੇ। ਸਾਰੇ ਮਿੱਤਰਾਂ ਨੂੰ ਸਤਿਕਾਰ ਸਹਿਤ ਇੱਕ ਮੇਰੇ ਵੱਲੋਂ ਬੇਨਤੀ ਆ ਕਿ ਗੁਗਲੀ ਇੰਟਰਟੇਨਮੈਂਟ ਚੈਨਲ, ਜਿਹੜਾ ਕਿ ਸਭ ਦੇ ਸਾਹਮਣੇ ਲੈ ਕੇ ਆਉਂਦਾ ਹੈ, ਉਹਨਾਂ ਬਾਰੇ ਜਾਣਕਾਰੀ ਦਿੰਦਾ ਹੈ। ਤੁਹਾਡੀ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਔਰ ਵੱਧ ਤੋਂ ਵੱਧ ਲੋਕਾਂ ਨਾਲ ਸ਼ੇਅਰ ਕਰੋ। ਧੰਨਵਾਦ ਜੀ।